ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜੇਹ। ਰੂਪ ਰੰਗ ਅਰ ਰੇਖ ਭੇਖ, ਕੋਊ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਣ ਗਣਿਜੈ। ਤ੍ਰੇ ਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ, ਤੁਐ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ, ਪੂਰਾ ਪ੍ਰਭ ਆਰਾਧਿਆ। ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਡੰਡਾਉਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ, ਡੋਲਨ ਤੇ ਰਾਖਹੁ ਪ੍ਰਭੂ। ਨਾਨਕ ਦੇ ਕਰ ਹੱਥ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਹੀ ਸਤ ਸੰਗਤ ਜੀਓ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਸਰਬੱਤ ਹੀ ਸਤ ਸੰਗਤ ਮਾਈ ਭਾਈ, ਗੁਰ ਫਤਿਹ ਦੀ ਸਾਂਝ ਪਾਈਏ। ਸਰਬੱਤ ਹੀ ਸਤ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹਾਂ, ਵੱਡੇ ਭਾਗਾਂ ਵਾਲੇ ਹਾਂ, ਜੋ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ, ਨੀਲੇ ਘੋੜੇ ਦੇ ਛਾਹ ਅਸਵਾਰ ਸਤਿਗੁਰੂ, ਬੰਕੀਆਂ ਫੌਜਾਂ ਦੇ ਮਾਲਕ ਸਤਿਗੁਰੂ, ਚਿੱਟਿਆਂ ਬਾਜਾਂ ਵਾਲੇ, ਤਾਜਾਂ ਵਾਲੇ ਸਤਿਗੁਰੂ, ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਤਿਗੁਰਾਂ ਦੀ ਪਵਿੱਤਰ ਔਰ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਔਰ ਪਾਵਨ ਗੁਰਬਾਣੀ, ਬਚਿੱਤਰ ਨਾਟਕ, ਜਿਸ ਗੁਰਬਾਣੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਜੀਵਨ ਬਾਰੇ ਸਭ ਤੋਂ ਵੱਧ ਲਿਖਣਾ ਕੀਤਾ। ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਕੇ, ਮਿਹਰਮਤ ਕਰਕੇ, ਸਤਿਗੁਰੂ ਮਹਾਰਾਜ ਜੀ ਆਪਣਾ ਮਿਹਰ ਭਰਿਆ ਹੱਥ ਦਾਸ ਦੇ ਸਿਰ 'ਤੇ ਰੱਖ ਕੇ
ਬਚਿੱਤਰ ਨਾਟਕ ਗੁਰਬਾਣੀ ਦੀ ਕਥਾ ਵਿਚਾਰ ਕਰਵਾ ਰਹੇ ਹਨ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ, ਮਿਹਰਮਤ ਕਰਕੇ ਕੱਲ ਦੀ ਵਿਚਾਰ ਦੇ ਵਿੱਚ 94 ਨੰਬਰ ਪੌੜੀ ਤੱਕ ਸਤਿਗੁਰਾਂ ਨੇ ਵਿਚਾਰ ਕਰਵਾ ਲਈ। ਚੱਲ ਰਹੀ ਵਿਚਾਰ, ਚੱਲ ਰਿਹਾ ਲੜੀਵਾਰ ਪ੍ਰਸੰਗ ਪ੍ਰਕਰਨ। ਜਿੰਨੇ ਵੀ ਵੱਡੇ ਵੱਡੇ ਦੇਵੀ ਦੇਵਤੇ ਹੋਏ ਨੇ, ਜਿੰਨੇ ਵੀ ਵੱਡੇ ਵੱਡੇ ਰਾਖਸ਼, ਜਿੰਨੇ ਵੀ ਵੱਡੇ ਵੱਡੇ ਦੈਂਤ ਹੋਏ ਨੇ, ਉਹਨਾਂ ਬਾਰੇ ਸਤਿਗੁਰੂ ਜੀ ਲਿਖਣਾ ਕਰ ਰਹੇ ਨੇ। ਇੱਕ ਜ਼ਰੂਰੀ ਬੇਨਤੀ ਕਰ ਦੇਵਾਂ, ਸਰਬੱਤ ਹੀ ਸਤ ਸੰਗਤ ਦੇ ਚਰਨਾਂ ਵਿੱਚ ਸਾਰੀ ਸੰਗਤ ਨੇ ਧਿਆਨ ਲਾ ਕੇ ਸੁਣਨਾ। ਇਹ ਜਿੰਨਾ ਵੀ ਜ਼ਿਕਰ ਕਲਗੀਧਰ ਪਾਤਸ਼ਾਹ ਕਰ ਰਹੇ ਨੇ, ਇਹ ਸਿਰਫ ਸਾਨੂੰ ਸਮਝਾਉਣ ਦੀ ਖਾਤਰ ਕਰ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਬੇਸਮਝ ਲੋਕ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਹਿ ਦਿੰਦੇ ਨੇ ਬਾਹਮਣਵਾਦ, ਇਹਨਾਂ ਚੀਜ਼ਾਂ ਨੂੰ ਵੇਖ ਕੇ ਕਹਿ ਦਿੰਦੇ ਨੇ RSS ਦੇ ਬੰਦੇ ਨੇ, ਇਹਨਾਂ ਚੀਜ਼ਾਂ ਨੂੰ ਵੇਖ ਕੇ ਕਹਿ ਦਿੰਦੇ ਨੇ ਕਿ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਲਿਖਤ ਨਹੀਂ ਆ। ਇਸ ਕਰਕੇ ਬਿਨ ਹਰ ਭਜਨ ਨਹੀਂ ਛੁਟਕਾਰਾ। ਪ੍ਰਮਾਤਮਾ ਦੇ ਭਜਨ ਤੋਂ ਬਗੈਰ, ਪ੍ਰਮਾਤਮਾ ਦੇ ਨਾਮ ਜਪਣ ਤੋਂ ਬਗੈਰ ਇਸ ਦੁਨੀਆ ਦੇ ਵਿੱਚ ਕੁਝ ਵੀ ਜਿਹੜਾ ਹੈ ਛੁਟਕਾਰਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ। ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ 95 ਨੰਬਰ ਸਵਈਏ ਦੇ ਵਿੱਚ ਕਿਰਪਾ ਕੀਤੀ ਸੀ। ਰਾਵਣ ਸੇ ਮਹਿ ਰਾਵਣ ਸੇ ਘਟ ਕੰਨਹੁ ਸੇ ਪਲ ਬੀਚ ਪਛਾਰੇ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ। ਇਹ ਬਾਰਦ ਕਹਿੰਦੇ ਨੇ ਬੱਦਲ। ਬੱਦਲ ਵਾਂਗੂ ਗੱਜਣ ਵਾਲਾ ਕੌਣ ਸੀ? ਰਾਵਣ ਦਾ ਵੱਡਾ ਪੁੱਤਰ ਮੇਘਨਾਥ। ਨਾਦ ਦੱਦੇ ਨਾ, ਕਈ ਥੱਥੇ ਨਾ ਕਹਿ ਦਿੰਦੇ ਨੇ ਮੇਘਨਾਥ। ਅਸਲ ਵਿੱਚ ਜਿਸ ਤਰ੍ਹਾਂ ਬੱਦਲ ਗੱਜਦਾ, ਇਸ ਤਰ੍ਹਾਂ ਗੱਜਦਾ ਸੀ ਇਹ ਰਾਵਣ ਦਾ ਵੱਡਾ ਪੁੱਤਰ। ਇਹ ਜਿਹੜਾ ਮੇਘਨਾਦ ਸੀ, ਇਹ ਰਾਵਣ ਨਾਲੋਂ ਵੀ ਬੜਾ ਵੱਡਾ ਬਲੀ ਸੀ। ਜਦ ਇੰਦਰ ਨੇ ਰਾਵਣ ਦੇ ਨਾਲ ਯੁੱਧ ਕੀਤਾ, ਰਾਵਣ ਨੂੰ ਯੁੱਧ ਦੇ ਵਿੱਚ ਜਿੱਤ ਕੇ ਤੇ ਬੰਦੀ ਬਣਾ ਕੇ ਲੈ ਕੇ ਤੁਰ ਪਿਆ। ਜਦ ਮੇਘਨਾਥ ਨੂੰ ਪਤਾ ਲੱਗਾ, ਮੇਘਨਾਦ ਨੂੰ ਪਤਾ ਲੱਗਾ, ਤੇ ਇਹਨੇ ਕੀ ਕੀਤਾ? ਇੰਦਰ ਦੇ ਨਾਲ ਯੁੱਧ ਕੀਤਾ ਤੇ ਯੁੱਧ ਕਰਕੇ ਆਪਣੇ ਪਿਓ ਰਾਵਣ ਨੂੰ ਛਡਵਾਇਆ, ਨਾਲ ਇੰਦਰ ਨੂੰ ਬੰਦੀ ਬਣਵਾ ਲਿਆ। ਇੰਦਰ ਨੂੰ ਬੰਦੀ ਬਣਾ ਕੇ ਲੰਕਾ ਦੇ ਵਿੱਚ ਲੈ ਕੇ ਆਇਆ। ਫਿਰ ਬ੍ਰਹਮੇ ਨੇ ਆ ਕੇ ਛਡਾਇਆ, ਆਖਿਆ ਅੱਜ ਤੋਂ ਤੇਰਾ ਨਾਮ ਇੰਦਰਜੀਤ। ਇਸ ਕਰਕੇ ਰਾਵਣ ਨਾਲੋਂ ਵੀ ਬਲੀ ਸੀ ਜਿਹੜਾ ਇਹ ਰਾਵਣ ਦਾ ਪੁੱਤਰ ਵੱਡਾ ਸੀ ਮੇਘਨਾਦ, ਜਿਸ ਨੂੰ ਲਛਮਣ ਨੇ ਮਾਰਿਆ ਸੀ ਇਹ ਯੁੱਧ ਦੇ ਵਿੱਚ। ਇਸ ਕਰਕੇ ਇਹ ਇੰਨੇ ਵੱਡੇ ਵੱਡੇ ਜਿਹੜੇ ਯੋਧੇ ਨੇ, ਇਹ ਦੁਨੀਆ ਤੇ ਜਿਹੜੇ ਕਿਸੇ ਕੋਲੋਂ ਹਾਰਦੇ ਨਹੀਂ ਸੀ, ਦੁਨੀਆ ਦੇ ਵਿੱਚ ਕਿਸੇ ਕੋਲੋਂ ਮਰਦੇ ਨਹੀਂ ਸੀ। ਇਸ ਕਰਕੇ ਬਾਰਦਨਾਦ, ਇਹ ਜਿਹੜਾ ਮੇਘਨਾਦ ਆ, ਜਿਹੜਾ ਇੰਦਰ ਨੂੰ ਵੀ ਜਿੱਤ ਲੈਂਦਾ ਸੀ। ਅਗਲਾ ਪਾਠ ਅਕੰਪਨ। ਇਹ ਜਿਹੜਾ ਅਕੰਪਨ, ਕਿਉਂਕਿ ਥੋੜਾ ਥੋੜਾ ਹਵਾਲਾ ਦੇਣਾ ਪੈਂਦਾ। ਕੋਈ ਵੀ, ਮੈਂ ਕੱਲ ਵੀ ਵਿਚਾਰ ਕੀਤੀ ਸੀ, ਕਥਾਵਾਚਕ ਹੋਵੇ, ਕੋਈ ਵੀ ਬੁਲਾਰਾ ਹੋਵੇ, ਜਦ ਕੋਈ ਬਚਨ ਆਉਂਦਾ ਤੇ ਉਸ ਨੂੰ ਪੂਰਾ ਖੋਲ੍ਹਣਾ ਪੈਂਦਾ। ਆਪਾਂ ਫਿਰ ਵੀ ਇਸ ਦੇ ਅਖਰੀ ਅਰਥ ਕਰ ਰਹੇ ਹਾਂ। ਇਹ ਜਿਹੜਾ ਅਕੰਪਨ ਸੀ, ਇਹ ਰਾਵਣ ਦਾ ਸੈਨਾਪਤੀ ਸੀ, ਬੜਾ ਵੱਡਾ ਯੋਧਾ ਸੀ। ਤੇ ਵਿਦਵਾਨ ਦੱਸਦੇ ਨੇ, ਵਿਦਵਾਨ ਪੜ੍ਹਾਉਂਦੇ ਨੇ ਜਦ ਕਥਾ ਪੜ੍ਹੀ ਦੀ ਆ, ਕਿ ਇਹ ਜਿਹੜਾ ਇਹ ਰਾਵਣ ਦਾ ਸਾਲਾ ਔਰ ਇਹ ਜਿਹੜਾ ਮੇਘਨਾਥ ਹੈ, ਇਸ ਦਾ ਮਾਮਾ ਸੀ। ਤੇ ਕਈ ਕਹਿੰਦੇ ਨੇ ਕਿ ਰਾਵਣ ਦਾ ਮਾਮਾ ਸੀ, ਕਿਉਂਕਿ ਰਾਵਣ ਦੀ ਨਾਨੀ ਜਿਹੜੀ ਤਾੜਕਾ ਸੀ। ਇਸ ਕਰਕੇ ਇਹ ਜਿਹੜਾ ਨਾਲ ਤੇ ਇਸ ਦਾ ਮਾਮਾ ਸੀ, ਔਰ ਨਾਲ ਹੀ ਜਿਹੜਾ ਹੈ ਰਾਵਣ ਦਾ ਸੈਨਾਪਤੀ ਸੀ। ਇਹ ਵੀ ਜਦ ਜੰਗ ਕਰਨ ਵਾਸਤੇ ਸੈਨਾਪਤੀ ਬਣ ਕੇ ਆਇਆ, ਇਹ ਵੀ ਜਦ ਲੰਕਾ ਦੇ ਵਿੱਚ ਰਾਮ ਜੀ ਔਰ ਰਾਵਣ ਜੀ ਦਾ ਯੁੱਧ ਹੋਇਆ, ਉਦੋਂ ਇਹ ਜਿਹੜਾ ਅਕੰਪਨ ਬੜਾ ਵੱਡਾ ਸੈਨਾਪਤੀ ਸੀ, ਇਹ ਵੀ ਮਾਰਿਆ ਗਿਆ ਸੀ ਰਾਮ ਜੀ ਦੇ ਹੱਥੋਂ। ਇਸ ਕਰਕੇ ਇਹ ਜਿਹੜਾ ਅਕੰਪਨ ਆ, ਵੈਸੇ ਰਾਮਾਇਣ ਦੇ ਵਿੱਚ ਰਾਮ ਜੀ ਦੇ ਹੱਥੋਂ ਮਰਦਾ ਨਹੀਂ ਵਿਖਾਇਆ। ਰਾਮਾਇਣ ਦੇ ਵਿੱਚ ਇਹ ਜਿੰਨੇ ਵੀ ਹੈਗੇ ਨੇ, ਜਿਨ੍ਹਾਂ ਦੇ ਅੱਗੇ ਨਾਮ ਆਉਣਗੇ, ਇਹ ਸੰਗਰੀਬ ਦੇ ਕੋਲੋਂ, ਹਨੂਮਾਨ ਦੇ ਕੋਲੋਂ, ਉਹਨਾਂ ਦੇ ਕੋਲੋਂ ਮਰਦੇ ਵਿਖਾਏ ਨੇ। ਇਹ ਜਿਹੜਾ ਅਕੰਪਨ ਸੀ, ਬੜਾ ਵੱਡਾ ਯੋਧਾ ਸੀ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ।
ਜਿਨ੍ਹਾਂ ਦੇ ਨਾਲ ਜਮਦੂਤ ਜਮ ਰਾਜਾ ਜੰਗ ਕਰਕੇ ਜਦ ਇਹਨਾਂ ਦੇ ਨਾਲ ਯੁੱਧ ਜੁੜਦਾ ਸੀ ਤੇ ਹਾਰ ਜਾਂਦਾ ਸੀ। ਪ੍ਰਤੱਖ ਤੌਰ ਤੇ ਇੰਦਰ ਵੀ ਇਹਨਾਂ ਦੇ ਕੋਲੋਂ ਹਾਰਿਆ ਸੀ। ਇਸ ਕਰਕੇ ਬੜੇ ਵੱਡੇ ਵੱਡੇ ਯੋਧੇ ਸੀ। ਤੇ ਅੰਤ ਨੂੰ ਕੀ ਹੋਇਆ? ਅੰਤ ਨੂੰ ਤੇ ਇਹਨਾਂ ਦਾ ਅੱਜ ਨਾਂ ਥੋੜੀ ਕੋਈ ਲੈਂਦਾ। ਨਾਮ ਤੇ ਅੱਜ ਭਗਤ ਕਬੀਰ ਜੀ ਦਾ ਲਿਆ ਜਾਂਦਾ, ਭਗਤ ਫਰੀਦ ਜੀ ਦਾ ਲਿਆ ਜਾਂਦਾ। ਨਾਮ ਤੇ ਬੜੇ ਵੱਡੇ ਵੱਡੇ ਜਿਹੜੇ ਭਗਤ ਆ, ਭਗਤੀ ਭਾਵਨਾ ਵਾਲੇ, ਉਹਨਾਂ ਦਾ ਨਾਂ ਲਿਆ ਜਾਂਦਾ। ਵਿਭੀਸ਼ਣ ਦਾ ਨਾਂ ਲਿਆ ਜਾਂਦਾ ਇਸ ਕਰਕੇ ਕਿ ਭਗਤੀ ਭਾਵਨਾ ਵਾਲਾ ਸੀ। ਇਸ ਕਰਕੇ ਇਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ, ਇੰਨੇ ਵੱਡੇ ਵੱਡੇ ਸੀ। ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਕੁੰਭ ਅਕੁੰਭ ਸੇ ਜੀਤ ਸਭੈ ਜਗ, ਸਾਤਹੂ ਸਿੰਧ ਹਥਿਆਰ ਪਖਾਰੇ। ਇਹ ਜਿਹੜਾ ਕੁੰਭ ਔਰ ਅਕੁੰਭ, ਇਹ ਵੀ ਰਾਵਣ ਦੇ ਛੋਟੇ ਛੋਟੇ ਸੈਨਾਪਤੀ ਸੀ। ਇਹ ਵੀ ਜਦ ਕਰਨ ਵਾਸਤੇ ਆਏ ਸੀ ਯੁੱਧ, ਤੇ ਇਹ ਵੀ ਇਹਨਾਂ ਦੇ ਕੋਲੋਂ ਹੀ, ਜਾਮਵੰਤ ਦੇ ਕੋਲੋਂ ਇਸੇ ਤਰੀਕੇ ਦੇ ਨਾਲ ਵਾਨਰ ਰਾਜ ਸੰਗਰੀਬ ਔਰ ਹਨੂਮਾਨ ਦੇ ਹੱਥੋਂ ਮਾਰੇ ਗਏ ਸੀ। ਇਸ ਕਰਕੇ ਕੁੰਭ ਔਰ ਅਕੁੰਭ ਵਰਗੇ ਜਿਹੜੇ ਵੱਡੇ ਵੱਡੇ, ਜਿਹੜਾ ਕੁੰਭ ਕਰਨੇ ਆ ਉਹਦਾ ਨਾਂ ਪਹਿਲਾਂ ਹੀ ਆ ਗਿਆ। ਕਈ ਵਿਦਵਾਨ ਇਹਦਾ ਅਰਥ ਕਰਦੇ ਨੇ ਕਿ ਕੁੰਭ ਦੇ ਨਾਂ ਤੇ ਕੁੰਭ ਕਰਨ ਦਾ ਅਰਥ ਕਰਦੇ ਨੇ। ਕੁੰਭ ਕਰਨ ਦਾ ਨਾਂ ਘਟ ਕੰਨ ਹੋ ਸੇ, ਇਹ ਪਹਿਲਾਂ ਹੀ ਆ ਗਿਆ। ਇਸ ਕਰਕੇ ਕੁੰਭ ਔਰ ਅਕੁੰਭ ਜਿਹੜੇ ਆ, ਇਹ ਜੋ ਦੋਵੇਂ ਛੋਟੇ ਛੋਟੇ ਸੈਨਾਪਤੀ ਸੀ, ਇਹ ਜੰਗ ਕਰਨ ਵਾਸਤੇ ਆਏ ਸੀ ਤੇ ਮਾਰੇ ਗਏ ਸੀ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਕੁੰਭ ਅਕੁੰਭ ਸੇ ਜੀਤ ਸਭੈ ਜਗ, ਸਾਤਹੂ ਸਿੰਧ ਹਥਿਆਰ ਪਖਾਰੇ। ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ ਤੇ ਦੁਨੀਆ ਦੇ 7 ਸਮੁੰਦਰ ਗਿਣੇ ਜਾਂਦੇ ਨੇ, ਤੇ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਖੂਨ ਨਾਲ ਲਿਬੜੇ ਹੋਏ ਹਥਿਆਰ ਸੀ, ਉਹ ਇਹਨਾਂ ਨੇ ਧੋਤੇ ਜਾ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਇੰਨੇ ਵੱਡੇ ਵੱਡੇ ਦੁਨੀਆ ਤੇ ਯੋਧੇ ਹੋ ਗਏ ਨੇ। ਅੱਗੇ ਸਤਿਗੁਰੂ ਮਹਾਰਾਜ ਕੀ ਕਿਰਪਾ ਕਰ ਰਹੇ ਨੇ। ਜੇ ਜੇ ਹੁੱਤੇ ਅਕਟੇ ਬਿਗਟੇ, ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ। ਜਿੰਨੇ ਵੀ ਵੱਡੇ ਵੱਡੇ ਆਕੜ ਖਾਨ ਸੀ, ਹੁਣ ਰਾਵਣ ਕਿਹੜਾ ਘੱਟ ਆਕੜ ਖਾਨ ਸੀ? ਬੜਾ ਵੱਡਾ ਹੰਕਾਰੀ ਦੈਂਤ। ਗੁਰੂ ਗ੍ਰੰਥ ਸਾਹਿਬ ਜੀ ਨੇ ਹੰਕਾਰੀ ਦੈਂਤ ਆਖਿਆ ਰਾਵਣ ਨੂੰ। ਰਾਵਣ ਮੂਰਖ ਵੀ ਆਖਿਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਕਰਕੇ ਇਹ ਜਿਹੜੇ ਆਕੜ ਖਾਨ ਸੀ ਵੱਡੇ ਵੱਡੇ, ਇਹ ਕੁੰਭਕਰਨ ਵਰਗੇ, ਮੇਘਨਾਦ ਵਰਗੇ, ਕੁੰਭ ਅਕੁੰਭ ਵਰਗੇ, ਅਕੰਪਨ ਵਰਗੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜੇ ਜੇ ਹੁੱਤੇ ਅਕਟੇ ਬਕਟੇ ਬਿਕਟੇ, ਜਿਹੜੇ ਵੀ ਆਕੜ ਖਾਨ ਸਨ, ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ। ਜਦ ਮਹਾਕਾਲ ਦੇ ਰੂਪ ਵਿੱਚ ਪ੍ਰਮਾਤਮਾ ਦੀ ਜਿਹੜੀ ਸ਼੍ਰੀ ਸਾਹਿਬ ਨੂੰ ਦੇਖਿਆ ਤੇ ਉਹਦੇ ਨਾਲ ਕੱਟੇ ਗਏ। ਭਾਵ ਕਿ ਇਹਨਾਂ ਸਾਰਿਆਂ ਦਾ ਅੰਤ ਹੋਇਆ। ਹੁਣ ਇੱਥੇ ਆ ਕੇ 95 ਨੰਬਰ ਸਵਈਏ ਦੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਸਮਾਪਤੀ ਕੀਤੀ। ਇਸੇ ਕਰਕੇ ਮੈਨੂੰ ਪਤਾ ਸੀ 10-5 ਮਿੰਟ ਲੱਗਣਗੇ, ਵੈਸੇ ਬਿਲਕੁਲ ਅਸੀਂ ਅੱਖਰੀ ਅਰਥ ਕੀਤੇ ਨੇ। ਇਸ ਕਰਕੇ ਕੱਲ ਇਹ 95 ਨੰਬਰ ਸਵਈਏ ਦੀ ਪੂਰੀ ਵਿਆਖਿਆ ਨਹੀਂ ਸੀ ਹੋਈ। ਹੁਣ ਇੱਥੇ ਅਸੀਂ ਇਹਦਾ ਭਾਵ ਇਹ ਲੈਣਾ ਕਿ ਇੰਨੇ ਵੱਡੇ ਵੱਡੇ ਯੋਧੇ ਹੋਏ ਨੇ, ਅੰਤ ਨੂੰ ਇਹ ਮਾਰੇ ਗਏ ਤੇ ਅੰਤ ਨੂੰ ਇਹਨਾਂ ਦਾ ਕੋਈ ਵੀ ਕੌਡੀ ਮੁੱਲ ਨਾ ਪਿਆ। ਅੱਗੇ ਜਾ ਕੇ ਆਵੇਗਾ ਵੀ ਇਹ ਪਾਠ। ਪਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਤੇ ਪ੍ਰਮਾਤਮਾ ਦਾ ਨਾਮ ਜਪ ਕੇ ਜਿਹੜਾ ਹੈ ਉਹ ਛੁਟਕਾਰਾ ਹੋ ਸਕਦਾ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ 96 ਨੰਬਰ ਸਵਈਏ 'ਚ। ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਕਿਹ ਕੁੰਟ ਕਹੋ ਭੱਜ ਜਈਐ। ਭੱਜ ਪਾਠ ਦੱਸਿਆ ਸੀ ਜਦ ਜੱਜੇ ਨੂੰ ਸਿਹਾਰੀ ਆ ਜਾਂਦੀ। ਗੁਰੂ ਗ੍ਰੰਥ ਸਾਹਿਬ 'ਚ ਵੀ ਦੱਸਿਆ ਸੀ ਕਿਤੇ ਬਹੁਤ ਜਗ੍ਹਾ ਤੇ ਜੱਜੇ ਨੂੰ ਸਿਹਾਰੀ ਆ ਜਾਂਦੀ ਹੈ ਤੇ ਪਾਠ ਭੱਜ ਕਰਨਾ ਕਿ ਦੌੜ ਕੇ ਭੱਜ ਕੇ। ਤੇ ਜੇ ਜੱਜਾ ਮੁਕਤਾਂ ਜਾਂ ਜੱਜੇ ਨੂੰ ਔਂਕੜ ਆ ਜਾਂਦਾ ਤੇ ਭਾਜ ਪੋਲਾ। ਵੈਸੇ ਨਾਵੇਂ ਪਾਤਸ਼ਾਹ ਨੇ ਕਈ ਜਗ੍ਹਾ ਤੇ ਜੱਜੇ ਦੀ ਸਿਹਾਰੀ ਵਾਲਾ ਪਾਠ ਵੀ ਜਿਹੜਾ ਉਹ ਭਜਨ ਵਾਸਤੇ ਸਤਿਗੁਰੂ ਮਹਾਰਾਜ, ਕਿਉਂਕਿ ਸਤਿਗੁਰੂ ਮਹਾਰਾਜ ਸੁਤੰਤਰ ਨੇ, ਪਰ ਬਹੁ ਗਿਣਤੀ ਦੇ ਵਿੱਚ ਜਦ ਨਹੀਂ ਪਤਾ ਲੱਗਦਾ ਕਿ ਪੋਲਾ ਕਿਹੜਾ ਪਾਠ ਕਰਨਾ, ਭਾਜ ਪੋਲਾ ਕਿਹੜਾ ਕਰਨਾ। ਜੇ ਪੋਲਾ ਕੀਤਾ ਤੇ ਭਜਨ ਆ ਜਾਣਾ ਪਾਠ, ਜੇ ਭਾਰਾ ਕੀਤਾ ਭੱਜ ਤੇ ਫਿਰ ਉਹਦਾ ਅਰਥ ਆ ਜਾਣਾ ਦੌੜ ਕੇ, ਭੱਜ ਕੇ, ਨੱਠ ਕੇ ਕਹਿ ਦਿੰਦੇ ਨੇ। ਇਸ ਕਰਕੇ ਜੇ ਨਾ ਪਤਾ ਲੱਗੇ ਤੇ ਜੱਜੇ ਨੂੰ ਸਿਹਾਰੀ ਲੱਗੀ ਹੋਵੇ ਤੇ ਦੱਸਿਆ ਸੀ ਵਿਦਿਆਰਥੀਆਂ ਨੂੰ, ਉੱਥੇ ਪਾਠ ਭਾਰਾ ਕਰਨਾ ਕਿ ਭੱਜ। ਇੱਥੇ ਵੀ ਹੁਣ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੱਜੇ ਨੂੰ ਸਿਹਾਰੀ ਲਾਈ ਆ। ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਕਿਹ ਕੁੰਟ ਕਹੋ ਭੱਜ ਜਈਏ। ਜਿਹੜਾ ਕਹਿੰਦਾ ਕਾਲ ਤੋਂ ਭੱਜ ਕੇ ਮੈਂ ਬਚ ਜਾਵਾਂ,
ਜਿੰਨੀਆਂ ਵੀ 10 ਦਿਸ਼ਾਵਾਂ ਨੇ ਜਾਂ ਖੰਡਾਂ ਬ੍ਰਹਿਮੰਡਾਂ 'ਚ ਕਿਤੇ ਵੀ ਭੱਜ ਕੇ ਚਲਿਆ ਜਾਵੇ, ਕਾਲ ਦੇ ਚੱਕਰ ਤੋਂ ਨਹੀਂ ਬਚ ਸਕਦਾ। ਕੱਲ ਵੀ ਆਪਾਂ ਅਰਥਾਂ ਦੇ ਵਿੱਚ ਦੱਸਿਆ ਸੀ ਕਿ ਜੇ ਸਤਿਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਬਚਾਉਣ ਤੇ ਆ ਜਾਵੇ ਤੇ ਹਿਰਨੀ ਵਾਂਗ, ਜਿਸ ਤਰ੍ਹਾਂ ਸ਼ਲੋਕ ਸੰਸਕ੍ਰਿਤੀ 'ਚ ਦੱਸਿਆ ਸੀ ਕਿ ਰੱਖਿਆ ਕਰ ਦਿੰਦਾ, ਪਰ ਜਿਹੜਾ ਕਹਿੰਦਾ ਮੈਂ ਮਰਨਾ ਨਹੀਂ, ਤੇ ਅਕਾਲ ਪੁਰਖ ਵਾਹਿਗੁਰੂ ਜਾਂ ਜਿਹੜਾ ਜਮਕਾਲ ਆ ਉਹ ਉਸ ਨੂੰ ਜਿੱਥੇ ਮਰਜ਼ੀ ਛੁਪ ਜਾਵੇ, ਭਾਵੇਂ ਗੰਗਾ ਦੇ ਵਿੱਚ ਜਿਹੜਾ ਸੀਸ ਮਹਿਲ ਬਣਾ ਲਵੇ, ਉਹ ਉਹਨੂੰ ਮਾਰ ਹੀ ਦਿੰਦਾ। ਇਸ ਕਰਕੇ ਕਿੱਥੇ ਭੱਜ ਕੇ ਚਲਿਆ ਜਾਵੇਗਾ, ਜਿਹੜਾ ਕਾਲ ਦੇ ਚੱਕਰ ਤੋਂ, ਮੌਤ ਦੇ ਮੂੰਹ ਦੇ ਵਿੱਚੋਂ ਕੋਈ ਵੀ ਨਹੀਂ ਬਚ ਸਕਦਾ। ਇਸੇ ਕਰਕੇ ਕਹਿੰਦੇ ਨੇ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਤੂੰ ਜਿਹੜੇ ਕੰਮ ਕਰਨ ਵਾਸਤੇ ਆਇਆ, ਜਾਂ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਸ ਤਰ੍ਹਾਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਘਟਦਾ ਜਾਂਦਾ, ਸਵਾਸਾਂ ਦੀ ਜਿਹੜੀ ਗਿਣਤੀ ਆ ਖਤਮ ਹੋ ਰਹੀ ਆ। ਇਸ ਕਰਕੇ ਜਿਹੜੇ ਵੱਡੇ ਵੱਡੇ ਜਿਹੜੇ ਆਕੜ ਖਾਨ ਸੀ, ਇੱਥੇ ਤਾਂ ਉਹ ਨਹੀਂ ਰਹੇ। ਇੱਥੇ ਤਾਂ ਜਿਹੜੇ ਅਵਤਾਰ ਆਏ ਨੇ ਕਲਗੀਧਰ ਪਾਤਸ਼ਾਹ, ਕਹਿੰਦੇ ਉਹ ਨਹੀਂ ਰਹੇ। ਸਾਨੂੰ ਜਿਹੜਾ ਹੈ ਪਰਮਾਤਮਾ ਦਾ ਭਜਨ ਕਰਨ ਤੋਂ ਬਗੈਰ ਸਾਡਾ ਛੁਟਕਾਰਾ ਵੀ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਕਿਹ ਕੁੰਟ ਕਹੋ ਭੱਜ ਜਾਈਏ। ਜਿੱਥੇ ਮਰਜ਼ੀ 10 ਦਿਸ਼ਾਵਾਂ ਦੇ ਵਿੱਚ ਚਲੇ ਜਾ, ਜਿਹੜਾ ਕਾਲ ਦਾ ਚੱਕਰ ਆ ਉਹਦੇ ਤੋਂ, ਮੌਤ ਦੇ ਮੂੰਹ ਦੇ ਵਿੱਚੋਂ ਕੋਈ ਵੀ ਨਹੀਂ ਬਚ ਸਕਦਾ। ਆਗੇ ਹੂੰ ਕਾਲ ਧਰੇ ਅਸ ਗਾਜਤ, ਛਾਜਤ ਹੈ ਜਿਹੇ ਤੇ ਨਸ ਆਈਐ। ਜਿੱਧਰ ਵੀ ਜਾਵੇਗਾ, ਜਿੱਥੇ ਵੀ ਦੌੜ ਕੇ ਜਾਵੇਗਾ, ਕਾਲ ਬਲੀ ਦਾ ਚੱਕਰ ਜਾਂ ਮਹਾਂਕਾਲ ਦੇ ਰੂਪ ਦੇ ਵਿੱਚ ਜਿਹੜੀ ਪ੍ਰਮਾਤਮਾ ਦੇ ਹੱਥ ਦੇ ਵਿੱਚ ਖੜਗ ਸ੍ਰੀ ਸਾਹਿਬ ਫੜੀ ਆ, ਉਹ ਸਾਹਮਣੇ ਖੜਾ ਦਿਖਾਈ ਦੇਵੇਗਾ। ਕਿਉਂਕਿ ਮੂਸਾ ਭੱਜਾ ਮੌਤ ਤੋਂ, ਕਹਿੰਦੇ ਕਿ ਮੌਤ ਅੱਗੇ ਖੜੀ। ਇਸ ਕਰਕੇ ਜਦ ਮੌਤ ਆਈ ਹੋਵੇ, ਜਦ ਕਾਲ ਆਇਆ ਹੋਵੇ, ਤੇ ਕਿਤੇ ਵੀ ਨਹੀਂ ਦੌੜ ਕੇ ਜਾ ਸਕਦਾ। ਐਸੋ ਨਾ ਕਹਿ ਗਇਓ ਕੋਈ ਸੋ ਦਾਵਰੇ, ਜਾਹੇ ਉਹ ਪਾਵ ਸੋ ਘਾਵ ਬਚਈਏ। ਐਸਾ ਕੋਈ ਵੀ ਦਾ ਪੇਚ ਨਹੀਂ ਹੈਗਾ, ਐਸੀ ਕੋਈ ਵੀ ਜਗ੍ਹਾ ਨਹੀਂ ਹੈਗੀ, ਐਸਾ ਕੋਈ ਵੀ ਟਿਕਾਣਾ ਨਹੀਂ ਹੈਗਾ ਜਿੱਥੇ ਕਾਲ ਬਲੀ ਦੇ ਘਾਵ ਭਾਵ ਉਹਦੀ ਚੋਟ, ਭਾਵ ਕਿ ਉਹਦੇ ਪ੍ਰਹਾਰ ਤੋਂ ਬਚ ਸਕੀਏ, ਜਿੱਥੇ ਮੌਤ ਤੋਂ ਜਾ ਕੇ ਬਚ ਸਕੀਏ। ਹੁਣ ਕਲਗੀਧਰ ਪਾਤਸ਼ਾਹ ਇੱਥੋਂ ਤੱਕ ਲਿਖ ਕੇ ਤੇ ਅੱਗੇ ਹੁਣ ਕੀ ਕਹਿ ਰਹੇ ਨੇ, ਜਾਂ ਤੇ ਨਾ ਛੁੱਟੀਆ ਮੂੜ ਕਹੂੰ, ਹੱਸ ਤਾਂ ਕੀ ਨਾ ਕਿਉਂ ਸਰਨਾਗਤ ਜੇਗੇ। ਜੇ ਮੂਰਖਾ, ਜੇ ਤੈਨੂੰ ਪਤਾ ਕਿ ਮੌਤ ਤੋਂ ਛੁੱਟਣਾ ਹੀ ਨਹੀਂ, ਮੂਰਖਾ ਜੇ ਤੈਨੂੰ ਪਤਾ ਕਿ ਜਿੰਨੇ ਸਵਾਸ ਲਿਖੇ ਨੇ ਓਨੇ ਸਵਾਸ ਤੋਂ ਬਗੈਰ ਅਗਲਾ ਸਵਾਸ ਤੂੰ ਲੈ ਹੀ ਨਹੀਂ ਸਕਦਾ, ਤੇ ਹੱਸ ਕੇ ਉਹ ਪ੍ਰਮਾਤਮਾ ਦੀ ਸ਼ਰਨ ਕਿਉਂ ਨਹੀਂ ਚਲਿਆ ਜਾਂਦਾ? ਖੁਸ਼ੀ ਖੁਸ਼ੀ ਉਹ ਪ੍ਰਮਾਤਮਾ ਦੀ ਸ਼ਰਨ ਕਿਉਂ ਨਹੀਂ ਚਲਿਆ ਜਾਂਦਾ? ਹੁਣ ਸ਼ਰਨ ਕਿਵੇਂ ਜਾਇਆ ਜਾਵੇ? ਸ਼ਰਨ ਤਾਂ ਹੀ ਜਾਵੇਗਾ ਜੇ ਪ੍ਰਮਾਤਮਾ ਦਾ ਨਾਮ ਜਪੇਗਾ, ਭਜਨ ਬੰਦਗੀ ਕਰੇਗਾ, ਸਿਮਰਨ ਕਰੇਗਾ, ਪ੍ਰਮਾਤਮਾ ਦੀ ਭਗਤੀ ਕਰੇਗਾ। ਇਸ ਕਰਕੇ ਜੇ ਮੂਰਖਾ ਤੈਨੂੰ ਪਤਾ ਹੈ, ਮੂੜ ਜੇ ਤੈਨੂੰ ਪਤਾ ਕਿ ਕਾਲ ਦੇ ਚੱਕਰ ਤੋਂ ਬਚ ਹੀ ਨਹੀਂ ਸਕਦਾ, ਜਿੱਥੇ ਮਰਜ਼ੀ ਭੱਜ ਕੇ ਚਲਿਆ ਜਾਵਾਂ, ਤੇ ਕਲਗੀਧਰ ਪਾਤਸ਼ਾਹ ਕਹਿੰਦੇ ਖੁਸ਼ੀ ਖੁਸ਼ੀ ਹੱਸ ਕੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨੀ ਪੈ ਜਾ, ਸਿਮਰਨ ਭਜਨ ਬੰਦਗੀ ਕਰ, ਤੇ ਜਿਹੜਾ ਹੈ 84 ਦਾ ਚੱਕਰ ਇੱਥੋਂ ਖਤਮ ਕਰਕੇ ਜਾ। ਅੱਗੇ ਸਤਿਗੁਰੂ ਮਹਾਰਾਜ ਹੁਣ ਵੱਡਿਆਂ ਵੱਡਿਆਂ ਦੀ ਉਦਾਹਰਨ ਦੇ ਰਹੇ ਨੇ ਕਿ ਭਾਵੇਂ ਸਾਰੀ ਜ਼ਿੰਦਗੀ ਕਈ ਕਰੋੜ ਸਾਲ ਤੂੰ, ਇਹ ਜਿਹੜੇ ਦੇਵੀ ਦੇਵਤੇ ਆ ਨਾ, ਕ੍ਰਿਸ਼ਨ ਜੀ, ਰਾਮ ਜੀ, ਬ੍ਰਹਮਾ ਜੀ, ਇਹ ਜਿਹੜੇ ਨੇ, ਮਾਫ ਕਰਿਓ ਸਨਾਤਨ ਵਾਲੇ ਹਿੰਦੂ ਵੀਰ ਇਹਨਾਂ ਦੀ ਪੂਜਾ ਆਰਤੀ ਕਰਦੇ ਨੇ, ਪਰ ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਇਹਨਾਂ ਦੀ ਜਿੰਨੀ ਮਰਜ਼ੀ ਪੂਜਾ ਕਰ ਲਾ, ਕ੍ਰਿਸ਼ਨ ਜੀ ਦੀ ਕਰ ਲਾ, ਰਾਮ ਜੀ ਦੀ ਕਰ ਲਾ, ਤੈਨੂੰ ਜਿਹੜਾ ਕਾਲ ਦੇ ਚੱਕਰ ਤੋਂ ਬਚਾ ਨਹੀਂ ਸਕਦਾ, ਤੇ ਤੇਰੀ ਮੁਕਤੀ, ਤੇਰੀ ਗਤੀ ਨਹੀਂ ਹੋ ਸਕਦੀ। ਹੁਣ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਨੇ, ਕ੍ਰਿਸ਼ਨ ਔ ਬਿਸ਼ਨ ਜਪੇ ਤੋਹੇ ਕੋਟਕ, ਰਾਮ ਰਹੀਮ ਭਲੀ ਬਿਦ ਧਿਆਇਓ। ਹੇ ਜਗਿਆਸੂ, ਹੇ ਪ੍ਰਾਣੀ, ਹੇ ਜਿਹੜਾ ਜੀਵ ਆ, ਕ੍ਰਿਸ਼ਨ ਔ ਬਿਸ਼ਨ, ਕ੍ਰਿਸ਼ਨ ਕਹੀਏ ਕ੍ਰਿਸ਼ਨ ਜੀ, ਬਿਸ਼ਨ ਕਹੀਏ ਵਿਸ਼ਨੂੰ ਜੀ, ਔਰ ਰਾਮ ਜੀ,
ਕਹਿੰਦੇ ਨੇ ਕ੍ਰਿਸ਼ਨ ਔ ਬਿਸ਼ਨ ਜਪੇ ਤੋਹੇ ਕੋਟਕ ਰਾਮ ਰਹੀਮ ਭਲੀ ਬਿਦ ਧਿਆਇਓ। ਹੇ ਪ੍ਰਾਣੀ, ਕ੍ਰਿਸ਼ਨ ਵਿਸ਼ਨੂੰ ਰਾਮ ਜੀ ਇਹਨਾਂ ਨੂੰ ਕਰੋੜਾਂ ਦੇਵਤਿਆਂ ਨੂੰ ਕਰੋੜਾਂ ਸਾਲ ਭਾਵੇਂ ਧਿਆਈ ਜਾ, ਇਹਨਾਂ ਨੂੰ ਤੂੰ ਚੰਗੀ ਤਰ੍ਹਾਂ ਧਿਆਇਆ, ਇਹਨਾਂ ਨੂੰ ਚੰਗੀ ਤਰ੍ਹਾਂ ਜਪਿਆ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਬ੍ਰਹਮ ਜਪਿਓ ਅਰ ਸੰਭ ਥਪਿਓ ਤਿਹ ਤੇ ਤੋਹੇ ਕੋ ਕਿਨਹੂ ਨਾ ਬਚਾਇਓ। ਭਾਵੇਂ ਬ੍ਰਹਮੇ ਨੂੰ ਜਪਿਆ, ਭਾਵੇਂ ਸ਼ਿਵ ਜੀ ਦੀ ਆਰਾਧਨਾ ਕੀਤੀ, ਭਾਵੇਂ ਵੱਡੇ, ਕਿਉਂਕਿ ਤਿੰਨ ਹੀ ਦੇਵੀ ਦੇਵਤੇ ਗਿਣੇ ਜਾਂਦੇ ਨੇ, ਬ੍ਰਹਮਾ, ਸ਼ਿਵ ਜੀ ਔਰ ਇਹ ਵਿਸ਼ਨੂੰ। ਇਸ ਕਰਕੇ ਇਹਨਾਂ ਤਿੰਨਾਂ ਦੇ ਹੀ ਨਾਮ ਸਤਿਗੁਰੂ ਮਹਾਰਾਜ ਨੇ ਲਿਖ ਦਿੱਤੇ ਨੇ ਕਿ ਭਾਵੇਂ ਵਿਸ਼ਨੂੰ ਨੂੰ ਜਪ ਲਾ, ਭਾਵੇਂ ਕ੍ਰਿਸ਼ਨ ਨੂੰ ਜਪ ਲਾ, ਭਾਵੇਂ ਬ੍ਰਹਮੇ ਨੂੰ ਜਪ ਲਾ, ਭਾਵੇਂ ਸ਼ਿਵ ਜੀ ਨੂੰ ਜਪ ਲਾ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਬ੍ਰਹਮ ਜਪਿਓ ਅਰ ਸੰਭ ਥਪਿਓ ਤਿਹ ਤੇ ਤੋਹੇ ਕੋ ਕਿਨਹੂ ਨਾ ਬਚਾਇਓ। ਭਾਵੇਂ ਜਿਹਦੀ ਮਰਜ਼ੀ ਆਰਾਧਨਾ ਕਰ ਲਾ, ਪਰ ਕਿਸੇ ਨੇ ਅੱਜ ਤੱਕ ਤੈਨੂੰ ਬਚਾਇਆ? ਕਿੰਨਿਆਂ ਦਾ ਤੂੰ ਸਿਮਰਨ ਕੀਤਾ? ਕਰੋੜਾਂ ਸਾਲ ਲੋਕਾਂ ਨੂੰ ਹੋ ਗਏ ਨੇ ਇਹਨਾਂ ਦੇਵੀ ਦੇਵਤਿਆਂ ਦਾ ਸਿਮਰਨ ਕਰਨ ਤੇ, ਪਰ ਕਿਸੇ ਦਾ ਅੱਜ ਤੱਕ ਪਾਰ ਉਤਾਰਾ ਨਹੀਂ ਹੋਇਆ, ਕਿਸੇ ਨੂੰ ਜਿਹੜਾ ਇਹ ਭਵ ਸਾਗਰ ਤੋਂ ਪਾਰ ਨਹੀਂ ਕੀਤਾ ਇਹਨਾਂ ਨੇ। ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂ ਨਾ ਕੌਡੀ ਕੋ ਕਾਮ ਕਢਾਇਓ। ਕਰੋੜਾਂ ਇਸ਼ਟ ਦੇਵਤਾਂ ਦੀ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਤਪੱਸਿਆ ਕੀਤੀ, ਕਰੋੜਾਂ ਸਾਲ ਇਹਨਾਂ ਦੀ ਆਰਾਧਨਾ ਕੀਤੀ, ਕਰੋੜਾਂ ਸਾਲ ਇਹਨਾਂ ਦੀ ਭਗਤੀ ਕੀਤੀ, ਕਰੋੜਾਂ ਸਾਲ ਇਹਨਾਂ ਨੂੰ ਯਾਦ ਕੀਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰ ਕਿਸੇ ਨੇ ਤੇਰਾ ਕੌਡੀ ਦਾ ਕੰਮ ਨਹੀਂ ਕਢਾਇਆ। ਕੌਡੀ ਦੇ ਜਿਹੜਾ ਮੁੱਲ ਦਾ ਵੀ ਤੇਰਾ ਮੁੱਲ ਨਹੀਂ ਪਿਆ। ਇਸ ਕਰਕੇ ਪਰਮਾਤਮਾ ਦਾ ਨਾਮ ਜਪਣਾ ਜਿਹੜਾ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਅਰ। ਅੱਧਾ ਅੱਖਰ ਵੀ ਜਿਹੜਾ ਬ੍ਰਹਮ ਗਿਆਨੀ ਨਾਮ ਜਪਣ ਵਾਲਾ, ਉਹਦੀ ਸਿਫਤ ਦੇ ਵਿੱਚ ਨਹੀਂ ਕਿਹਾ ਜਾ ਸਕਦਾ। ਅੱਧਾ ਅੱਖਰ, ਫਿਰ ਇੱਕ ਅੱਖਰ ਵੀ ਜੇ ਮਨ ਦੇ ਵਿੱਚ ਵਸ ਜਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਕਰੋੜਾਂ ਸਾਲ ਇਹਨਾਂ ਨੂੰ ਯਾਦ ਕੀਤਾ, ਕਰੋੜਾਂ ਸਾਲ ਇਹਨਾਂ ਦੀ ਬੰਦਗੀ ਕੀਤੀ, ਤੇ ਕੀ ਮਿਲਿਆ? ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂ ਨਾ ਕੌਡੀ ਕੋ ਕਾਮ ਕਢਾਇਓ। ਕਿਸੇ ਨੇ ਕੌਡੀ ਜਿੰਨਾ ਵੀ ਤੇਰਾ ਕੰਮ ਨਹੀਂ ਕਰਨਾ, ਜਾਂ ਅੱਜ ਤੱਕ ਕੀਤਾ ਹੋਵੇ। ਇਸ ਕਰਕੇ ਜਿਹੜੇ ਕਹਿੰਦੇ ਨੇ ਇਹ ਹਿੰਦੂਆਂ ਨੇ ਲਿਖ ਦਿੱਤਾ, ਜਿਹੜੇ ਕਹਿੰਦੇ ਨੇ RSS ਨੇ ਲਿਖ ਦਿੱਤਾ, ਇਹ ਕਿਹੜਾ ਮਾਈ ਦਾ ਲਾਲ ਲਿਖ ਸਕਦਾ? ਇਹ ਕੇਵਲ ਤਾਂ ਕੇਵਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਲਿਖ ਰਹੇ ਨੇ ਕਿ ਉਹ ਅਕਾਲ ਪੁਰਖ ਦੇ ਨਾਮ ਨਾਲ ਜੁੜੋ। ਇਹ ਜਿੰਨੇ ਵੀ ਦੇਵੀ ਦੇਵਤੇ ਨੇ, ਕਿਸੇ ਨੇ ਤੇਰਾ ਕੌਡੀ ਮਾਤਰ ਵੀ ਜਿਹੜਾ ਹੈ ਇਹ ਸਹਾਇਤਾ ਨਹੀਂ ਕਰਨੀ। ਕਾਮ ਕਾ ਮੰਤਰ, ਇੱਥੇ ਕਾਮਕ ਪਾਠ ਵੀ ਆਉਂਦਾ, ਕੱਕੇ ਨੂੰ ਔਂਕੜ, ਤੇ ਗੁਟਕਾ ਸਾਹਿਬ 'ਚ ਤੁਹਾਨੂੰ ਪੜ੍ਹਾਇਆ ਸੀ, ਕਾਮ ਕਾ ਮੰਤਰ ਕਸੀਰੇ ਕੇ ਕਾਮਨਾ ਕਾਲ ਕੋ ਘਾਓ ਕਿਨਹੂ ਨਾ ਬਚਾਇਓ। ਕਾਮਨਾ ਭਰਿਆ ਮੰਤਰ ਕਹਿ ਲਈਏ, ਤੇ ਕਸੀਰਾ ਕਹਿੰਦੇ ਨੇ ਦਮੜੀ ਨੂੰ, ਧੇਲਾ ਕਹਿ ਦਿੰਦੇ ਨੇ ਚਲੋ ਦਮੜੀ ਨੂੰ। ਇਸ ਕਰਕੇ ਇਹ ਜਿਹੜਾ ਕਾਮਨਾ ਭਰਿਆ ਮੰਤਰ ਆ, ਦਮੜੀ ਦੇ ਮੁੱਲ ਦਾ ਨਹੀਂ, ਭਾਵ ਕਿ ਆਡ ਵੀ ਕਹਿ ਦਿੰਦੇ ਨੇ ਇਸ ਨੂੰ। ਇਹ ਦਮੜੀ ਦੇ ਮੁੱਲ ਦਾ ਨਹੀਂ ਹੈਗਾ, ਕਿਉਂਕਿ ਕਿਸੇ ਨੇ ਕਾਲ ਦੀ ਚੋਟ ਤੋਂ ਬਚਾਉਣਾ ਹੀ ਨਹੀਂ। ਜਮਕਾਲ ਦੇ ਕੋਲੋਂ ਕੋਈ ਵੀ ਨਹੀਂ ਬਚਾ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਕੌਡੀ ਔਰ ਦੀਵਾਨੀ ਕਹਿ ਲਈਏ ਜਾਂ ਦਮੜੀ ਕਹਿ ਲਈਏ, ਦਮੜੀ ਦਾ ਕੰਮ ਵੀ ਤੇਰਾ ਇਹਨਾਂ ਨੇ ਨਹੀਂ ਕਰਨਾ। ਅੱਗੇ ਸਤਿਗੁਰੂ ਮਹਾਰਾਜ ਜੀ 98 ਨੰਬਰ ਜਿਹੜਾ ਹੈ ਸਵਈਆ, ਉਹਦੇ ਵਿੱਚ ਕਿਰਪਾ ਕਰ ਰਹੇ ਨੇ, ਕਾਹੇ ਕੋ ਕੂਰ ਕਰੈ ਤਪਸਾ ਇਨ ਕੀ। ਹੁਣ ਪੱਥਰ ਬਾਰੇ ਕਹਿ ਰਹੇ ਨੇ ਕਿ ਜਿਹੜੇ ਪੱਥਰ ਨੂੰ ਪੂਜਦੇ ਨੇ, ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ। ਕੋਈ ਸ਼ਿਵ ਜੀ ਦੀ ਪੱਥਰ ਦੀ ਮੂਰਤੀ ਨੂੰ ਪੂਜਦਾ, ਕੋਈ ਕ੍ਰਿਸ਼ਨ ਜੀ ਦੀ ਪੱਥਰ ਦੀ ਜਾਂ ਰਾਮ ਜੀ ਦੀ ਪੱਥਰ ਦੀ ਮੂਰਤੀ ਬਣਾ ਲੈਂਦਾ, ਜਾਂ ਵੈਸੇ ਹੀ ਕਿਸੇ ਨਾ ਕਿਸੇ ਦੀ ਹਨੂਮਾਨ ਦੀ ਜਾਂ ਮਾਤਾ ਦੀ ਮੂਰਤੀ। ਜਿਹੜੇ ਪੱਥਰ ਪੂਜਕ ਨੇ ਉਹਨਾਂ ਬਾਰੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬੜਾ ਖੋਲ ਕੇ ਸਮਝਾ ਰਹੇ ਨੇ। ਵੈਸੇ ਇਹਨਾਂ ਦੇ ਅੱਖਰੀ ਅਰਥ ਕਰ ਰਿਹਾ ਦਾਸ, ਜੇ ਇਹਨਾਂ ਸਵਈਆਂ ਦੇ ਅਰਥ ਕਰਨੇ ਹੋਣ ਤੇ 2-3 ਘੰਟੇ ਇਹਨਾਂ ਸਵਈਆਂ ਤੇ ਹੀ ਬੋਲਿਆ ਜਾ ਸਕਦਾ, ਪਰ ਅਸੀਂ ਤਾਂ ਬਿਲਕੁਲ ਅੱਖਰੀ ਅਰਥ ਕਰ ਰਹੇ ਹਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਅਸੀਂ ਗੁਰਬਾਣੀ ਦੀ ਸੰਥਿਆ ਕੀਤੀ ਇਹਦੇ ਅਰਥ ਕੀ ਨੇ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨਾ ਹੈ। ਕਿਉਂ ਇਹਨਾਂ ਦੀ ਤਪੱਸਿਆ ਕਰਦਾ, ਕਿਉਂ ਆਰਾਧਨਾ ਕਰਦਾ? ਕਿਸੇ ਨੇ ਕੌਡੀ ਜਿੰਨਾ ਕੰਮ ਵੀ ਜਿਹੜਾ ਹੈ ਤੇਰਾ ਸਵਾਰਨਾ ਨਹੀਂ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਤੋਹੇ ਬਚਾਏ ਸਕੇ ਕਹੋ ਕੈਸੇ ਕਹਿ ਆਪਨ ਘਾਵ ਬਚਾਏ ਨਾ ਹੈ।
ਉਹ ਭਲਿਆ ਮਾਨਸਾ ਉਹ ਪ੍ਰਾਣੀ ਤੈਨੂੰ ਕਿਵੇਂ ਬਚਾ ਲੈਣਗੇ? ਇਹ ਤੇ ਆਪਣੇ ਆਪ ਨੂੰ ਵੀ ਨਹੀਂ ਬਚਾ ਸਕਦੇ ਕਾਲ ਬਲੀ ਕੋਲੋਂ, ਕਿਉਂਕਿ ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ शिवजू अवतरा। जे अपने आप ਨੂੰ नहीं बचा सकते काल बली तो, जे अपने आप ਨੂੰ ਇਹਨਾਂ ਨੂੰ मौत आनी आ, जे अपने आप ही ये डरते फिरते ने हथ जोड़ के, पहला आया सी ना पाठ कि सारे जाने परमात्मा के चरणों 'च हथ जोड़ के खड़े ने, जदों आप ही परमात्मा के चरणों 'च हथ जोड़ के खड़े ने तो फिर तेरा की काम करनगे? इस करके तोहे बचाए सके कहो कैसे, तेनू किवें बचा सकणगे? कै आपन घाव बचाए ना ऐह। अपने आप नूं जिहड़ा काल जमकाल दी चोट तो ते बचा नहीं सकते। कोप कराल की पावक कुंड मैं, आप टंगियो तिम तोहे टंगा है। मैं पाठ दस्सिया सी, बिंदी नहीं लाउणी, मैं। कोप गुस्सा, कराल भयानक, पावक कुंड। भयानक गुस्से दी कुंड भाव अग्नि दे विच ਇਹ आप फसे ने, ਜਾਂ ਇਉਂ ਕਹਿ ਲਈਏ ਜਿਹੜਾ ਮਹਾਂਕਾਲ ਦਾ ਭਿਆਨਕ ਰੂਪ ਆ ਇਹ ਤੇ ਆਪ ਉਹਦੇ ਸ਼ਿਕਾਰ ਹੋਏ ਨੇ। ਜਾਂ ਫਿਰ ਕਈ ਵਾਰ ਕਹਿੰਦੇ ਆ ਨਾ ਦੇਵੀ ਦੇਵਤੇ, ਜਿਸ ਤਰ੍ਹਾਂ ਸ਼ਿਵ ਦਾ ਭਿਆਨਕ ਰੂਪ ਦਿਖਾਇਆ ਜਾਂਦਾ, ਆਪ ਉਹਨੂੰ ਇੰਨਾ ਗੁੱਸਾ ਆਉਂਦਾ। ਹੁਣ ਜੇ ਆਪ ਉਹਨੂੰ ਇੰਨਾ ਗੁੱਸਾ ਆਉਂਦਾ ਤੇ ਉਹ ਇਉਂ ਕਹਿ ਲਈਏ ਕਿ ਉਹ ਜਿੰਨਾ ਮਰਜ਼ੀ ਗੁੱਸਾ ਕਰ ਲਵੇ, ਜੋ ਮਰਜ਼ੀ ਕਰ ਲਵੇ, ਜਿਵੇਂ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਿਵੇਂ ਇਹਨਾਂ ਨੂੰ ਗੁੱਸਾ ਆਉਂਦਾ, ਜਿਵੇਂ ਇਹ ਫਸੇ ਨੇ ਗੁੱਸੇ ਦੇ ਵਿੱਚ, ਇਸੇ ਤਰੀਕੇ ਦੇ ਨਾਲ ਉਹਨਾਂ ਦੂਜਿਆਂ ਨੂੰ ਫਸਾ ਦੇਣਗੇ। ਇਸ ਕਰਕੇ ਇਹਨਾਂ ਦੀ ਜਿੰਨੀ ਮਰਜ਼ੀ ਆਰਾਧਨਾ ਕਰ ਲਈਏ, ਜਿੰਨੀ ਮਰਜ਼ੀ ਇਹਨਾਂ ਦੀ ਤਪੱਸਿਆ ਕਰ ਲਈਏ, ਜੋ ਮਰਜ਼ੀ ਜਿਹੜਾ ਇਹਨਾਂ ਨੂੰ ਯਾਦ ਕਰ ਲਈਏ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਸੇ ਨੇ ਵੀ ਜਿਹੜਾ ਹੈ ਕੌਡੀ ਮਾਤਰ ਵੀ ਜਿਹੜੀ ਆ ਤੇਰੀ ਸਹਾਇਤਾ ਨਹੀਂ ਕਰਨੀ। ਕਿਉਂਕਿ ਰਾਗ ਭੈਰੋ ਦੇ ਵਿੱਚ ਭਗਤ ਨਾਮਦੇਵ ਜੀ ਦੀ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ, ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ, ਹਉ ਤੋਂ ਏਕ ਰਮਈਆ ਲੈਹੋ, ਆਨ ਦੇਵ ਬਦਲਾਵੈ ਦਹਿਓ, ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡੌਰੂ ਟਮਕਾਵੈ। ਜਿਹੜਾ ਸ਼ਿਵ ਜੀ ਦੀ ਆਰਾਧਨਾ ਕਰਦਾ, ਮਹਾਮਾਈ ਕੀ ਪੂਜਾ ਕਰਾਏ, ਨਰ ਸੈ ਨਾਰ ਹੋਏ ਅਵਤਰੈ। ਜਿਹੜਾ ਮਾਤਾ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਾਹੇ ਕਹਾਂ ਛਪਾਨੀ, ਇਹਨਾਂ ਦੇ ਕੋਲ ਕੋਈ ਮੁਕਤੀ ਮਕਤੀ ਨਹੀਂ ਹੈਗੀ, ਇਹ ਤੁਹਾਡਾ ਪਾਰ ਉਤਾਰਾ ਨਹੀਂ ਕਰ ਸਕਦੇ। ਗੁਰਮਤਿ ਰਾਮ ਨਾਮ ਗਹੁ ਮੀਤਾ, ਪ੍ਰਣਵੈ ਨਾਮਾ ਇਉਂ ਕਹੈ ਗੀਤਾ। ਇਸ ਕਰਕੇ ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਹੈ ਇਹ ਪਾਰ ਉਤਾਰਾ ਨਹੀਂ ਕਰ ਸਕਦੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਕਹਿ ਰਹੇ ਨੇ ਕਿ ਆਪ ਤੇ ਇਹ ਜਿਹੜਾ ਇਹ ਗੁੱਸੇ ਦੀ ਭਿਆਨਕ ਅੱਗ ਦੇ ਵਿੱਚ ਕੁੰਡ ਦੇ ਵਿੱਚ ਪਏ ਨੇ, ਤੇ ਜਿਹੜਾ ਇਹਨਾਂ ਦੀ ਆਰਾਧਨਾ ਕਰੂਗਾ ਤੇ ਉਹਨੂੰ ਵੀ ਉੱਥੇ ਹੀ ਅੱਗ ਦੇ ਵਿੱਚ ਹੀ ਸੁੱਟਣਗੇ ਨਾ। ਜਿਹੜਾ ਆਪ ਅੱਗ ਦੇ ਵਿੱਚ ਖੜਾ ਤੇ ਜਿਹੜਾ ਉਹਨੂੰ ਮਿਲਣਾ ਚਾਹੇਗਾ ਉਹਨੂੰ ਅੱਗ ਦੇ ਵਿੱਚ ਜਾਣਾ ਪਵੇਗਾ। ਤੇ ਅਕਾਲ ਪੁਰਖ ਵਾਹਿਗੁਰੂ ਆਪ ਸ਼ਾਂਤੀ ਦੇ ਸਰੋਵਰ ਵਿੱਚ ਖੜੇ ਨੇ, ਆਪ ਉਹਨਾਂ ਦੇ ਆਸ-ਪਾਸ ਜਿਹੜਾ ਇੰਨੀ ਜ਼ਿਆਦਾ ਸ਼ਾਂਤੀ ਹੈ, ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੇਗਾ ਉਹਨੂੰ ਸ਼ਾਂਤੀ ਮਿਲੇਗੀ। ਇਸ ਕਰਕੇ ਇਹਨਾਂ ਦੀ ਜਿਹੜੀ ਫੋਕੀ ਕੋਈ ਬੰਦਗੀ ਕਰਦਾ ਜਾਂ ਇਹਨਾਂ ਨੂੰ ਫੋਕਾ ਧਿਆਉਂਦਾ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਚੇਤ ਰੇ ਚੇਤ ਅਜੋ ਜੀ ਮੈਂ ਜੜ, ਕਾਲ ਕਿਰਪਾ ਬਿਨ ਕਾਮਨਾ ਹੈ ਮੂਰਖ ਹੋਸ਼ ਕਰ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਅਜੇ ਵੀ ਹੋਸ਼ ਕਰ ਲਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਚੇਤ ਰੇ ਚੇਤ ਅਜੋ ਜੀ ਮੈਂ ਜੜ ਕਹਿੰਦੇ ਨੇ ਕਿ ਜਿਹੜਾ ਜੜ ਜੂਨੀ ਆ, ਕਾਲ ਕਿਰਪਾ ਬਿਨ ਕਾਮਨਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਉਹ ਕਾਲ ਦੀ ਕਿਰਪਾ ਤੋਂ ਬਿਨਾਂ ਹੋਰ ਕੋਈ ਕੰਮ ਆਉਣ ਵਾਲਾ ਸਾਧਨ ਨਹੀਂ। ਤਾਹੇ ਪਛਾਨਤ ਹੈ ਨਾ ਮਹਾਪਾਸ, ਜਾ ਕੋ ਪ੍ਰਤਾਪ ਤਿਹੂ ਪੁਰ ਮਾਹੀ। ਸਤਿਗੁਰੂ ਮਹਾਰਾਜ ਅੱਗੇ ਕਿਰਪਾ ਕਰਕੇ ਕਲਗੀਧਰ ਪਛਾਰ ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ, ਤਾਹੇ ਪਛਾਨਤ ਹੈ ਨਾ ਮਹਾਪਾਸ। ਹੇ ਮਹਾਪਾਸ ਭਾਵ ਕੇ ਹੇ ਅਗਿਆਨੀ ਜੀਵ, ਤੂੰ ਪਰਮਾਤਮਾ ਨੂੰ ਕਿਉਂ ਨਹੀਂ ਪਛਾਣਦਾ, ਜਿਹਦਾ ਤਿੰਨਾਂ ਲੋਕਾਂ ਦੇ ਵਿੱਚ ਪ੍ਰਤਾਪ ਆ, ਜਿਹੜਾ ਅਕਾਲ ਪੁਰਖ ਵਾਹਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਿਹੜਾ ਹੈ ਉਹ ਸਮਾਇਆ ਹੋਇਆ। ਪੂਜਤ ਹੈ ਪਰਮੇਸ਼ਰ ਕੈ
ਜਿਹ ਕੇ ਪਰਸੈ ਪਰਲੋਕ ਪਰਾਹੀ। ਪਰਮੇਸ਼ਰ ਜਿਹੜਾ ਹੈ ਪੂਜਦਾ ਹੈ ਜਿਨ੍ਹਾਂ ਨੂੰ ਛੋਹਣ ਨਾਲ ਪਰਲੋਕ ਵੀ ਦੂਰ ਹੋ ਜਾਂਦਾ ਹੈ। ਪਾਪ ਕਰੋ ਪਰਮਾਰਥ ਕੈ, ਜਿਹ ਪਾਪਨ ਤੇ ਅਤ ਪਾਪ ਲਜਾਹੀ। ਜਿਹੜੇ ਤੂੰ ਪਰਮਾਰਥ ਵਾਸਤੇ ਪਾਪ ਕਰਦਾ, ਕਿਉਂਕਿ ਕਈ ਲੋਕ ਪਾਪ ਕਰਦੇ ਨਾ, ਕਈਆਂ ਦੇ ਕੰਮ ਹੀ ਐਸੇ ਹੁੰਦੇ ਨੇ ਕਿ ਕਈ ਲੋਕ ਚੋਰੀਆਂ ਕਰਦੇ ਨੇ ਜਾਂ ਕੋਈ ਕਰਦੇ ਨੇ, ਜਾਂ ਵੈਸੇ ਹੀ ਕਈ ਲੋਕ ਸਨਾਤਨ ਦੇ ਵਿੱਚ ਬਲੀਆਂ ਦਿੰਦੇ ਨੇ, ਜਾਂ ਜਿਹੜੇ ਹੈਗੇ ਨੇ ਮੁਸਲਮ ਉਹ ਵੀ ਬਲੀ ਦਿੰਦੇ ਨੇ, ਉਹ ਕਹਿ ਦਿੰਦੇ ਨੇ ਕਿ ਜਿਵਾ ਕੀਤਾ। ਇਸ ਕਰਕੇ ਪਾਪ ਤੇ ਕੀਤਾ ਸੀ, ਦੇਵੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਬਲੀ ਦਿੱਤੀ ਸੀ, ਪਰ ਉਲਟਾ ਉਸ ਦਾ ਪਾਪ ਲੱਗ ਗਿਆ। ਇਸ ਕਰਕੇ ਜਿਹੜਾ ਤੂੰ ਪਾਪ ਵੀ ਕਰਦਾ ਪਰਮਾਰਥ ਸਮਝ ਕੇ, ਇਹ ਇੰਨਾ ਵੱਡਾ, ਕਈ ਲੋਕ ਇੰਨਾ ਵੱਡਾ ਧਰਮ ਦੇ ਨਾਂ ਤੇ ਪਾਪ ਕਰ ਜਾਂਦੇ ਨੇ, ਜਿਨ੍ਹਾਂ ਨੂੰ ਵੇਖ ਕੇ ਦੂਜੇ ਪਾਪ ਵੀ ਥਰ ਥਰ ਕੇ ਕੰਬਦੇ ਨੇ ਕਿ ਜਿੱਡਾ ਵੱਡਾ ਇਹਨੇ ਪਾਪ ਕਰ ਦਿੱਤਾ, ਇੰਨੇ ਵੱਡੇ ਤੇ ਅਸੀਂ ਵੀ ਨਹੀਂ ਹੈਗੇ। ਇਸ ਕਰਕੇ ਕਈ ਧਰਮ ਦੀ ਜਿਹੜੀ ਆ ਓਟ ਲੈ ਕੇ ਧਰਮ ਦੇ ਨਾਂ ਤੇ ਇੰਨੇ ਵੱਡੇ ਵੱਡੇ ਪਾਪ ਕਰ ਦਿੰਦੇ ਨੇ, ਪਰ ਅੰਤ ਨੂੰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਪਾਏ ਪਰੋ ਪਰਮੇਸ਼ਰ ਕੇ ਜੜ, ਪਾਹਨ ਮੈਂ ਪਰਮੇਸ਼ਰ ਨਹੀਂ। ਪਰਮੇਸ਼ਰ ਦੇ ਚਰਨਾਂ 'ਚ ਪੈ ਜੜ ਜੂਨ ਮੂਰਖਾ। ਜਿਹੜਾ ਪੱਥਰ ਆ, ਪੱਥਰ ਦੇ ਵਿੱਚ ਕੋਈ ਪਰਮੇਸ਼ਰ ਨਹੀਂ ਹੈਗਾ। ਇੱਥੇ ਸਤਿਗੁਰੂ ਮਹਾਰਾਜ ਪੱਥਰ ਪੂਜਾ ਤੋਂ ਕਹਿ ਰਹੇ ਨੇ ਕਿ ਪੱਥਰ ਪੂਜਾ ਨਹੀਂ ਕਰਨੀ। ਇਸ ਕਰਕੇ ਪਾਏ ਪਰੋ ਪਰਮੇਸ਼ਰ ਕੇ ਜੜ, ਪਾਹਨ ਮੈਂ ਪਰਮੇਸ਼ਰ ਨਹੀਂ। ਹੈ ਮੂਰਖ, ਪਰਮੇਸ਼ਰ ਦੇ ਪੈਰੀਂ ਪੈ, ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦੀ ਆਰਾਧਨਾ ਕਰ, ਪਰਮੇਸ਼ਰ ਦਾ ਸਿਮਰਨ ਕਰ, ਪਰਮੇਸ਼ਰ ਦੀ ਭਜਨ ਬੰਦਗੀ ਕਰ, ਕਿਉਂਕਿ ਪੱਥਰਾਂ ਦੇ ਪੈਰੀਂ ਪੈ ਕੇ ਕੁਝ ਨਹੀਂ ਮਿਲਣਾ। ਪੱਥਰਾਂ ਦੇ ਵਿੱਚ ਕਿਹੜਾ ਪਰਮੇਸ਼ਰ ਹੈਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਮਝਾ ਰਹੇ, ਮੋਨ ਭਜੇ ਨਹੀਂ ਮਾਨ ਤਜੇ ਨਹੀਂ, ਭੇਖ ਸਜੇ ਨਹੀਂ ਮੂੰਡ ਮੰਡਾਏ। ਭਾਵੇਂ ਜਿੰਨਾ ਮਰਜ਼ੀ ਕਈ ਮੌਨ ਵਰਤ ਰੱਖ ਲੈਂਦੇ ਨੇ, ਇਸ ਕਰਕੇ ਮੌਨ ਰੂਪ ਭਜਣ ਦੇ ਨਾਲ, ਜਾਂ ਮਾਣ ਹੰਕਾਰ ਛੱਡਣ ਦੇ ਨਾਲ, ਜਾਂ ਭੇਖ ਧਾਰਨ ਦੇ ਨਾਲ, ਜਾਂ ਸਿਰ ਮੂੰਹ ਮਨਾਉਣ ਦੇ ਨਾਲ। ਕਿਉਂਕਿ ਅਲੱਗ-ਅਲੱਗ ਜੋਗੀ ਜੰਗਮ ਸੰਨਿਆਸੀ ਸਰੇਵੜੇ, ਕੋਈ ਸਿਰ ਦੇ ਕੇਸ ਰੱਖਦੇ ਨੇ, ਕੋਈ ਕੱਟ ਦਿੰਦੇ ਨੇ, ਇਸੇ ਤਰੀਕੇ ਦੇ ਨਾਲ ਕਈ ਸਰੀਰ ਤੇ ਸਵਾਹ ਮਲਦੇ ਨੇ, ਇਸੇ ਤਰੀਕੇ ਦੇ ਨਾਲ ਕੋਈ ਸਾਧਨ ਕਰਦਾ, ਕੋਈ ਸਾਧਨ ਕਰਦਾ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਜਿੰਨੇ ਮਰਜ਼ੀ ਸਾਧਨ ਕਰ ਲਈਏ ਇਹਨਾਂ ਦੇ ਵਿੱਚੋਂ ਕੋਈ ਵੀ ਕੰਮ ਨਹੀਂ ਆਉਣਾ। ਕੰਠ ਨਾ ਕੰਠੀ ਕਠੋਰ ਧਰੇ, ਨਹੀਂ ਸੀਸ ਜਟਾਨ ਕੇ ਜੂਟ ਸੁਹਾਏ। ਜਿਹੜੇ ਰਾਮਾਨੰਦੀਏ ਨੇ ਉਹ ਕੰਠੀ ਧਾਰਨ ਕਰਦੇ ਨੇ। ਇਸੇ ਤਰੀਕੇ ਨਾਲ ਜਿਹੜੇ ਜੋਗੀ ਨੇ ਉਹ ਸਿਰ ਤੇ ਜੂੜਾ ਬਣਾਉਂਦੇ ਨੇ ਜੜਾਵਾਂ ਦਾ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਜਿੰਨੀਆਂ ਮਰਜ਼ੀ ਕੰਠੀਆਂ ਪਾ ਲਈਏ ਗਲ ਦੇ ਵਿੱਚ, ਜਿੰਨੇ ਮਰਜ਼ੀ ਜਿਹੜੇ ਆ ਜੜਾਵਾਂ ਦੇ ਜੂੜੇ ਬਣਾ ਕੇ ਜੋਗੀਆਂ ਵਾਂਗ ਵੱਡੀਆਂ ਵੱਡੀਆਂ ਜੜਾਵਾਂ ਬੰਨ੍ਹ ਕੇ ਤੁਰੇ ਫਿਰੀਏ, ਇਹ ਗੱਲ ਨਹੀਂ ਬਣਨੀ। ਸਾਚ ਕਹੋ ਸੁਣ ਲੈ ਚਿੱਤ ਦੈ, ਬਿਨ ਦੀਨ ਦਿਆਲ ਕੀ ਸਾਮ ਸਦਾਏ। ਸੱਚ ਕਹਿੰਦਾ ਹਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਚਿੱਤ ਲਾ ਕੇ ਕੰਨ ਦੇ ਕੇ ਸੁਣ ਲਓ। ਦੇ ਕੰਨ ਸੁਣੋ ਅਰਦਾਸ ਜੀ ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਇੱਥੇ ਵੀ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸੱਚ ਕਹਿੰਦਾ ਹਾਂ, ਚਿੱਤ ਲਾ ਕੇ ਕੰਨ ਦੇ ਕੇ ਸੁਣ ਲਓ। ਦੀਨ ਦਿਆਲ ਕੀ ਸਰਨ, ਬਿਨ ਦੀਨ ਦਿਆਲ ਕੀ ਸਾਮ ਸਦਾਏ। ਦੀਨ ਦਿਆਲ ਦੀ ਸ਼ਰਨ ਪੈਣ ਤੋਂ ਬਗੈਰ, ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪੈਣ ਤੋਂ ਬਗੈਰ ਕੋਈ ਵੀ ਉਪਾਅ ਨਹੀਂ ਹੈ। ਪ੍ਰੀਤ ਕਰੇ ਪ੍ਰਭ ਪਾਈਅਤ ਹੈ, ਕਿਰਪਾਲ ਨਾ ਭੀਜਤ ਲਾਂਡ ਕਟਾਏ। ਪ੍ਰੀਤ ਕਰਕੇ, ਪ੍ਰੇਮ ਕਰਕੇ, ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਇਹ ਉੱਥੇ ਵੀ ਜਿਹੜਾ ਸਵਈਏ ਆਪਾਂ ਰੋਜ਼ ਪੜ੍ਹਦੇ ਹਾਂ, ਸਵਈਆਂ 'ਚ ਵੀ ਸਤਿਗੁਰੂ ਮਹਾਰਾਜ ਨੇ ਇਹੀ ਸਾਨੂੰ ਸਮਝਾਉਣਾ ਕੀਤਾ ਕਿ ਪ੍ਰੇਮਾ ਭਗਤੀ ਤੋਂ ਬਗੈਰ ਗੱਲ ਨਹੀਂ ਬਣਨੀ। ਜਿਹੜੇ ਸੁਨਤ ਕਰਾਉਂਦੇ ਨੇ, ਕਿਉਂਕਿ ਮੁਸਲਮ ਵੀਰਾਂ ਦੇ ਵਿੱਚ, ਮੁਸਲਮ ਵੀਰਾਂ 'ਚ ਦੋ ਨੇ, ਸੀਆ ਔਰ ਸੁੰਨੀ। ਸੀਆ ਕਹਿੰਦੇ ਨੇ ਅਸੀਂ ਬੜੇ ਪਵਿੱਤਰ ਹਾਂ, ਤੇ ਜਿਹੜੇ ਸੁੰਨੀ ਆ ਇਹਨਾਂ ਦੀ ਇਹੋ ਹੀ ਜਿਹੜੀ ਆ ਲੜਾਈ ਚੱਲਦੀ ਆ। ਇਸ ਕਰਕੇ ਸੁਨਤ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਾਰ ਭਗਤ ਕਬੀਰ ਜੀ ਨੇ ਵੀ ਆਖਿਆ, ਸੁਨਤ ਕੀਏ ਜੇ ਤੁਰਕ ਹੋਏਗਾ ਤਾਂ ਔਰਤ ਕਾ ਕਿਆ ਕਹੀਏ, ਅਰਧ ਸਰੀਰੀ ਨਾਰ ਨਾ ਹੋਵੇ ਤਾਂ ਤੇ ਹਿੰਦੂ ਹੀ ਰਹੀਏ। ਇਸ ਕਰਕੇ ਬਹੁਤ ਕੁਝ ਜਿਹੜਾ ਹੈ
ਭਗਤ ਕਬੀਰ ਜੀ ਨੇ ਲਿਖਿਆ ਹੋਇਆ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਨਤ ਕਰਨ ਬਾਰੇ ਬਹੁਤ ਕੁਝ ਲਿਖਿਆ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਜਿਹੜੇ ਜੋਗੀ ਆ ਉਹ ਜੜਾਵਾਂ ਵਧਾ ਲੈਣ, ਜਿਹੜੇ ਇਹ ਹੈਗੇ ਨੇ ਸਰੇਵੜੇ, ਇਹ ਜਿਹੜੇ ਆ ਉਹ ਮੂੰਹ ਵੀ ਨਹੀਂ ਧੋਂਦੇ, ਬੋਚ ਕੇ ਪੱਬ ਧਰਦੇ ਨੇ, ਜਾਂ ਜਿਹੜੇ ਰਾਮਾਨੰਦੀਏ ਨੇ ਕੰਠੀ ਪਾਉਂਦੇ ਨੇ ਗਲ ਦੇ ਵਿੱਚ, ਜਾਂ ਫਿਰ ਜਿੰਨੇ ਮਰਜ਼ੀ ਜਿਹੜੇ ਇਹ ਸਾਧਨ ਕਰ ਲਈਏ, ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਇਹਨਾਂ ਦੇ ਨਾਲ ਕੁਝ ਵੀ ਨਹੀਂ ਹੁੰਦਾ। ਸਿਰਫ ਇੱਕ ਪ੍ਰੀਤ ਕਰਕੇ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ, ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ। ਕਾਗਦ ਦੀਪ ਸਭੈ ਕਰ ਕੈ ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋ। ਕਲਗੀਧਰ ਪਾਤਸ਼ਾਹ ਕਹਿੰਦੇ ਭਾਵੇਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਲਿਖਣੀ ਹੋਵੇ, ਪਹਿਲਾਂ ਤਾਂ ਕਹਿੰਦੇ ਨੇ ਕਿ ਇਹ ਜਿਹੜੇ ਛੋਟੇ ਛੋਟੇ ਸਾਧਨ ਕਰਨੇ ਨੇ ਇਹਨਾਂ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਪਰਮਾਤਮਾ ਦੇ ਚਰਨਾਂ ਨਾਲ ਜੁੜੋ ਤੇ ਪਰਮਾਤਮਾ ਕਿੰਨਾ ਵੱਡਾ, ਪਰਮਾਤਮਾ ਦੀ ਅਗਾਧ ਬੋਧ ਮਹਿਮਾ ਕਿੰਨੀ ਵੱਡੀ ਆ। ਹੁਣ ਪਰਮਾਤਮਾ ਦੀ ਮਹਿਮਾ ਦੱਸ ਰਹੇ ਨੇ। ਕਾਗਦ ਦੀਪ ਕਰੈ ਸਭਾ ਕਰਕੇ, ਸਾਰੇ ਦੀਪਾਂ ਦੇ ਕਾਗਜ਼ ਬਣਾ ਲਈਏ, ਔਰ ਸਾਤ ਸਮੁੰਦਰਨ ਕੀ ਮਸ ਕਹਿ ਹੋ। ਸੱਤਾਂ ਸਮੁੰਦਰਾਂ ਦੀ ਜਿਹੜੀ ਸਿਆਹੀ ਆ ਉਹ ਬਣਾ ਲਈਏ, ਕਿਉਂਕਿ 7 ਸਮੁੰਦਰ ਨੇ। ਕਲਗੀਧਰ ਪਾਤਸ਼ਾਹ ਕਹ ਰਹੇ ਭਾਵੇਂ ਸਾਰੇ ਜਿੰਨੇ ਵੀ ਦੀਪ ਆ ਉਹਨਾਂ ਦੇ ਕਾਗਜ਼ ਬਣਾ ਲਈਏ, 7 ਸਮੁੰਦਰਾਂ ਦੀ ਸਿਆਹੀ ਬਣਾ ਲਈਏ। ਇਹ ਭਗਤ ਕਬੀਰ ਜੀ ਨੇ ਵੀ ਜਿਹੜਾ ਹੈ ਆਪਣੇ ਸਲੋਕਾਂ ਦੇ ਵਿੱਚ ਲਿਖਣਾ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਭਗਤ ਕਬੀਰ ਜੀ ਵੀ ਕਹਿੰਦੇ ਨੇ ਭਾਵੇਂ 7 ਸਮੁੰਦਰਾਂ ਦੀ ਸਿਆਹੀ ਬਣਾ ਲਈਏ ਤੇ ਸਾਰੀ ਜਿਹੜੀ ਇਹ ਹੈਗੀ ਆ ਬਨਾਸਪਤੀ ਇਹਦੀਆਂ ਕਲਮਾਂ ਬਣਾ ਲਈਏ, ਬਸਦਾ ਕਾਗਜ਼ ਜਾਓ ਕਰੋ, ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ ਤੇ ਹਰ ਜਸ ਲਿਖਣ ਨਾ ਜਾਏ, ਤੇ ਪ੍ਰਮਾਤਮਾ ਦਾ ਜਸ ਜਿਹੜਾ ਉਹ ਲਿਖਿਆ ਨਹੀਂ ਜਾ ਸਕਦਾ। ਇਸ ਕਰਕੇ ਹੁਣ ਕਲਗੀਧਰ ਪਾਤਸ਼ਾਹ ਜੀ ਵੀ ਇੱਥੇ ਇਹੀ ਸਮਝਾ ਰਹੇ ਨੇ ਕਿ ਕਾਗਦ ਦੀਪ ਸਭਾ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦਾ ਜਸ ਲਿਖਣ ਵਾਸਤੇ, ਉਹਦੀ ਉਪਮਾ ਕਰਨ ਵਾਸਤੇ, ਉਹਨੂੰ ਇਹ ਸਮਝਾਉਣ ਵਾਸਤੇ ਉਹ ਕਿੰਨਾ ਵੱਡਾ, ਉੱਚੇ ਤੇ ਉੱਚਾ, ਭਗਵਾਨ ਤੋਂ ਕਿੰਨਾ ਕੁ ਉੱਚਾ। ਕਲਗੀਧਰ ਪਾਤਸ਼ਾਹ ਕਹਿੰਦੇ ਭਾਵੇਂ ਸਾਰੇ ਦੀਪਾਂ ਦੇ ਕਾਗਜ਼ ਬਣਾ ਲਈਏ, 7 ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਇਹਨਾਂ ਦੇ ਕਾਗਜ਼ ਬਣਾ ਲਈਏ। ਕਾਟ ਬਨਾਸਪਤੀ ਸਗਰੀ ਲਿਖਬੇ ਹੂ ਕੇ ਲੇਖਨ ਕਾਜ ਬਨੇ ਹੋ। ਜਿੰਨੀ ਵੀ ਬਨਾਸਪਤੀ ਆ ਇਹ ਸਾਰੀ ਨੂੰ ਜਿਹੜੀ ਆ ਕੱਟ ਕੇ ਤੇ ਇਹਦੀਆਂ ਕਲਮਾਂ ਬਣਾ ਲਈਆਂ ਜਾਣ। ਸਤਿਗੁਰੂ ਮਹਾਰਾਜ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਸਮਝਾ ਰਹੇ ਨੇ, ਇਹ ਜਿਹੜੀ ਜਿੰਨੀ ਵੀ ਬਨਾਸਪਤੀ ਆ 18 ਭਾਰ ਨੇ। ਭਾਰ ਵਿਦਵਾਨ ਕਹਿੰਦੇ ਨੇ ਕਿ ਜਿੰਨੇ ਵੀ ਪੇੜ ਪੌਦੇ ਨੇ, ਇੱਕ ਪੇੜ ਪੌਦੇ ਦਾ ਇੱਕ ਇੱਕ ਪੱਤਾ ਤੋੜਿਆ ਜਾਵੇ, ਸਿਰਫ ਇੱਕ ਪੇੜ, ਇੱਕ ਦਰਖਤ ਦਾ ਇੱਕ ਹੀ ਪੱਤਾ ਤੋੜਨਾ ਤੇ ਜਦ ਇਹ ਸਾਰੇ ਪੱਤੇ ਤੋੜ ਕੇ 3260 ਤੋਲੇ ਹੋ ਜਾਣ ਤੇ ਇੱਕ ਭਾਰ ਬਣਦਾ। ਇਸ ਕਰਕੇ ਇਹ ਸਾਰੇ ਪੇੜ ਪੌਦਿਆਂ ਦੇ ਪੱਤੇ ਤੋੜ ਤੋੜ ਕੇ 3260 ਤੋਲੇ ਦਾ ਇੱਕ, ਤੇ ਇਸੇ ਤਰੀਕੇ ਨਾਲ 18 ਭਾਰ ਨੇ ਇਹ ਜਿੰਨੀ ਬਨਾਸਪਤੀ ਆ। ਸਤਿਗੁਰੂ ਮਹਾਰਾਜ ਕਿਰਪਾ ਕਹਿੰਦੇ ਨੇ ਕਿ 18 ਭਾਰ ਜਿੰਨੀ ਵੀ ਬਨਾਸਪਤੀ ਆ ਸਾਰਿਆਂ ਦੀਆਂ ਕਲਮਾਂ ਬਣਾ ਲਈਆਂ ਜਾਣ, 7 ਸਮੁੰਦਰਾਂ ਦੀ ਸਿਆਹੀ ਬਣਾ ਲਈ ਜਾਵੇ, ਤੇ ਜਿੰਨੇ ਵੀ ਇਹ ਦੀਪ ਆ ਇਹਨਾਂ ਦੀ ਜਿਹੜਾ ਕਾਗਜ਼ ਬਣਾ ਲਿਆ ਜਾਵੇ, ਜਾਂ ਭਗਤ ਕਬੀਰ ਜੀ ਕਹਿੰਦੇ ਨੇ ਸਾਰੀ ਪ੍ਰਿਥਵੀ ਦਾ ਕਾਗਜ਼ ਬਣਾ ਲਿਆ ਜਾਵੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਜਸ ਆ ਉਹ ਤੇ ਲਿਖਿਆ ਨਹੀਂ ਜਾ ਸਕਦਾ। ਉਹ ਤੇ ਇੰਨਾ ਵੱਡਾ, ਤੇ ਤੁਸੀਂ ਪੱਥਰ ਪੂਜਕ ਬਣੇ ਹੋ, ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਰ ਰਹੇ ਹੋ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ। ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਸਾਰ ਸੁਤੀ ਬਗਤਾ ਕਰਕੇ ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹੋ। ਇੰਨਾ ਕੁਝ ਬਣਾ ਲਓ, 7 ਸਮੁੰਦਰਾਂ ਦੀ ਸਾਹੀ ਬਣਾ ਲਓ, ਸਾਰੇ ਦੀਪਾਂ ਦਾ ਕਾਗਜ਼ ਬਣਾ ਲਓ, ਸਾਰੀ ਬਨਾਸਪਤੀ ਦੀਆਂ ਕਲਮਾਂ ਬਣਾ ਲਓ, ਤੇ ਫਿਰ ਨੋਰਮਲ ਸਾਡੇ ਵਰਗਾ ਬੰਦਾ ਨਾ ਲਿਖੇ, ਨੋਰਮਲ ਸਾਡੇ ਵਰਗਾ ਬੰਦਾ ਵਿਖਿਆਨ ਨਾ ਕਰੇ ਕਿ
ਸਤਿਗੁਰੂ ਮਹਾਰਾਜ ਕਹਿੰਦੇ ਸਾਰਸਵਤੀ ਬਗਤਾ ਕਰਕੇ ਜਿਹੜੀ ਸਰਸਵਤੀ ਆ ਦੇਵੀ ਉਹਨੂੰ ਖੁਦ ਬੋਲਣ ਲਾ ਦਈਏ। ਜੁਗ ਕੋਟ ਗਣੇਸ਼ ਕਾ ਹਾਥ ਲਿਖਿਆ ਹੈ। ਤੇ ਜਿਹੜਾ ਗਣੇਸ਼ ਆ ਨਾ, ਕਹਿੰਦੇ ਸਭ ਤੋਂ ਦੁਨੀਆ 'ਚ ਤੇਜ ਲਿਖਾਰੀ ਜਿਹੜਾ ਇਹ ਗਣੇਸ਼ ਆ। ਸਭ ਤੋਂ ਤੇਜ ਲਿਖਦਾ ਤੇ ਗਣੇਸ਼ ਲਿਖਦਾ। ਇਸੇ ਕਰਕੇ ਜਿਹੜੇ ਇਹ ਬਾਣੀਏ ਨੇ ਸ੍ਰੀ ਗਣੇਸ਼ ਜੀ ਲਿਖਦੇ ਨੇ, ਇਹ ਜਿਹੜਾ ਗਣੇਸ਼ ਆ ਇਹਦੇ ਹੱਥ ਦੇ ਵਿੱਚ ਕਰੋੜਾਂ ਯੁੱਗ ਕਲਮ ਦਿੱਤੀ ਜਾਵੇ। ਇੱਕ ਦਿਨ, 2 ਦਿਨ, ਸਾਲ, 100 ਸਾਲ, 1000 ਸਾਲ, ਲੱਖ ਸਾਲ ਦੀ ਗੱਲ ਨਹੀਂ ਬਣੀ। ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਸਮਝਾ ਰਹੇ ਨੇ, ਸਾਰਸਵਤੀ ਬਗਤਾ ਕਰਕੇ ਜੁਗ ਕੋਟ ਗਣੇਸ਼ ਕਾ ਹਾਥ ਲਿਖਿਆ ਹੈ। ਕਰੋੜਾਂ ਯੁੱਗ, ਇੱਕ ਯੁੱਗ ਦੇ ਵਿੱਚ ਲੱਖਾਂ ਸਾਲ ਹੁੰਦੇ ਨੇ ਤੇ ਕਰੋੜਾਂ ਹੀ ਯੁੱਗ ਲੱਗਾ ਰਵੇ ਗਣੇਸ਼ ਲਿਖਣ ਵਾਸਤੇ। ਨਾ ਤੇ ਸ਼ਾਹੀ ਖਤਮ ਹੋਣੀ ਆ 7 ਸਮੁੰਦਰਾਂ ਦੀ, ਨਾ ਹੀ ਸਾਰੀ ਧਰਤੀ ਦਾ ਪੂਰੇ ਦੀਪਾਂ ਦਾ ਕਾਗਜ਼ ਖਤਮ ਹੋਣਾ, ਤੇ ਪੂਰੀ ਬਨਾਸਪਤੀ ਦੀਆਂ ਕਲਮਾਂ, ਨਾ ਹੀ ਕਲਮਾਂ ਖਤਮ ਹੋਣੀਆਂ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਫਿਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ। ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮ ਕਉ ਪ੍ਰਭ ਨਾਇਕ ਰਜੈ ਹੋ। ਕਾਲ ਦੀ ਕਿਰਪਾ ਤੋਂ ਬਿਨਾ ਕੋਈ ਵੀ ਜਿਹੜਾ ਇਹ ਉਹਦੀ ਬੇਨਤੀ ਤੋਂ ਬਗੈਰ ਥੋੜ੍ਹਾ ਜਿੰਨਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਰਜਾ ਸਕਦਾ, ਜਾਂ ਉਹਦੀ ਕਿਰਪਾ ਤੋਂ ਬਿਨਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਰਜਾ ਸਕਦਾ। ਇਸ ਕਰਕੇ ਇਹ ਜਿਹੜਾ ਪੱਥਰ ਪੂਜਾ ਕਰਨੇ, ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੈ, ਜਿੰਨੀ ਮਰਜ਼ੀ ਕਰੀ ਜਾਈਏ, ਉਹ ਅਕਾਲ ਪੁਰਖ ਜਿਹੜਾ ਇੰਨਾ ਵੱਡਾ ਕਿ ਕਰੋੜਾਂ ਯੁੱਗਾਂ ਦੇ ਵਿੱਚ ਉਹਦਾ ਜਸ ਹੀ ਨਹੀਂ ਲਿਖਿਆ ਜਾ ਸਕਦਾ। ਤੇ ਹੱਸ ਕੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨੀ ਨਾ ਪੈ ਜਾਈਏ। ਇਸ ਕਰਕੇ ਇੱਥੇ ਹੁਣ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਜਿਹੜਾ ਪਹਿਲਾ ਅਧਿਆਏ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ, ਅਕਾਲ ਉਸਤਤ ਕਰ ਰਹੇ ਨੇ, ਉਹ ਅਧਿਆਏ ਇੱਥੇ ਆ ਕੇ ਸਮਾਪਤ ਹੋ ਗਿਆ। ਕਿਉਂਕਿ ਇਹਦੇ ਵਿੱਚ ਪੂਰੀ ਅਕਾਲ ਉਸਤਤ ਹੀ ਕੀਤੀ ਆ। ਤੇ ਇਹ ਜਿਹੜੇ ਵੱਡੇ ਵੱਡੇ ਰਾਖਸ਼, ਵੱਡੇ ਵੱਡੇ ਦੇਵੀ ਦੇਵਤੇ, ਇਹਨਾਂ ਦਾ ਨਾਮ ਵੀ ਲਿਆ ਸਤਿਗੁਰਾਂ ਨੇ, ਪਰ ਅੰਤ ਨੂੰ ਸਮਝਾਇਆ ਕੀ ਆ ਕਿ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਗੈਰ, ਪ੍ਰਮਾਤਮਾ ਦੀ ਭਗਤੀ ਤੋਂ ਬਗੈਰ, ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ, ਜਾਂ ਪ੍ਰਮਾਤਮਾ ਦੀ ਮਿਹਰ ਭਰੀ ਨਜ਼ਰ ਤੋਂ ਬਗੈਰ ਇਹਨਾਂ ਨੇ ਤੁਹਾਡਾ ਇੱਕ ਕੌਡੀ ਮਾਤਰ ਵੀ ਸਾਥ ਨਹੀਂ ਦੇਣਾ। ਇਹਨਾਂ ਨੇ ਤੁਹਾਨੂੰ ਕੁਝ ਵੀ ਜਿਹੜਾ ਉਹ ਨਹੀਂ ਦੇਣਾ। ਦਮੜੀ ਜਿੰਨਾ ਵੀ ਇਹਨਾਂ ਨੂੰ ਜਿਹੜਾ ਯਾਦ ਕਰਨ ਦਾ ਮੁੱਲ ਨਹੀਂ ਪੈਣਾ। ਇਸ ਕਰਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਾਇਆ ਜਾਵੇ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ ਜਾਵੇ। ਇੰਨਾ ਵੱਡਾ ਉਪਦੇਸ਼ ਇੱਥੇ ਆ ਕੇ ਸਮਾਪਤੀ ਕਰਦੇ ਨੇ ਕਲਗੀਧਰ ਪਾਤਸ਼ਾਹ, ਪਹਿਲਾ ਅਧਿਆਏ। ਅੱਗੇ ਹੁਣ ਸਤਿਗੁਰੂ ਮਹਾਰਾਜ ਕਿਰਪਾ ਕਰਨ ਨੇ, ਏਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਧਿਆਏ ਸੰਪੂਰਨ ਸੁਭ ਮਸਤ। ਕਹਿੰਦੇ ਨੇ ਕਿ ਇੱਥੇ ਆ ਕੇ ਉਹ ਕਾਲ ਜੀ ਦੀ ਉਸਤਤ ਜਿਹੜੀ ਕਰ ਰਹੇ ਸੀ ਉਹ ਸੰਪੂਰਨ ਹੋ ਗਈ ਆ, ਤੇ ਜਿਹੜਾ ਪਹਿਲਾ ਅਧਿਆਏ ਆ ਉਹ ਸਮਾਪਤ ਹੋ ਗਿਆ ਸ਼ੁਭ ਮਸਤ। ਅੱਗੇ ਕੀ ਅਸਲ ਵਿੱਚ ਇਹ ਕਥਾ ਵਾਚਕ ਜਿਹੜੇ ਸਿਆਣੇ ਵਿਦਵਾਨ ਨੇ ਅਸਤ ਕਹਿੰਦੇ ਨੇ, ਸ਼ੁਭ ਅਸਤ, ਅਸਤ ਤੋਂ ਹੀ ਮਸਤ ਹੋ ਗਿਆ। ਇਸ ਕਰਕੇ ਇਹ ਇਸ ਤਰ੍ਹਾਂ ਕਥਾ ਪੜ੍ਹਾਉਂਦੇ ਨੇ। ਅਫਜੂ, ਅਫਜੂ ਦੇ ਸੰਪਰਦਾਈ 3-4 ਅਰਥ ਕੀਤੇ ਜਾਂਦੇ ਨੇ। ਪਹਿਲਾ ਅਰਥ ਤੇ ਇਸ ਦਾ ਇਹ ਕੀਤਾ ਜਾਂਦਾ, ਅਫਜੂ ਭਾਵ ਕੇ ਚੱਲਦਾ। ਜਿਵੇਂ ਕੋਈ ਅਖਬਾਰ ਦੇ ਵਿੱਚ, ਕਿਤਾਬ ਦੇ ਵਿੱਚ ਕਹਾਣੀ, ਕੋਈ ਨਾਵਲ ਚੱਲਦਾ ਹੋਵੇ ਤੇ ਉਹਦੇ ਅੱਗੇ ਲਿਖਿਆ ਹੁੰਦਾ ਚੱਲਦਾ, ਭਾਵ ਕਿ ਅੱਗੇ ਹੋ ਰਿਹਾ, ਅੱਗੇ ਹੋ ਰਿਹਾ, ਅੱਗੇ ਹੋ ਰਿਹਾ। ਇਹ ਕਹਾਣੀ ਹੈ, ਸਟੋਰੀ ਸਮਾਪਤ ਨਹੀਂ ਹੋਈ। ਇੱਕ ਤੇ ਇਹਦਾ ਅਰਥ ਕਰਦੇ ਨੇ ਵਿਦਵਾਨ ਚੱਲਦਾ ਅਫਜੂ ਦਾ। ਦੂਸਰਾ ਇਹਦਾ ਅਰਥ ਕਰਦੇ ਨੇ ਬਾਕੀ, ਕਿ ਅਜੇ ਹੋਰ ਬਾਕੀ ਆ। ਇਸ ਤੋਂ ਬਾਅਦ ਵਿੱਚ ਜਿਹੜਾ ਤੀਸਰਾ ਅਰਥ ਇਹਦਾ ਕਰਦੇ ਨੇ ਕਿ ਜੋੜ। ਜੋੜ ਜਿਹੜਾ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋੜ ਸ਼ਬਦ ਵੀ ਆਉਂਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੁਮਲਾ ਵੀ ਆਉਂਦਾ। ਜੁਮਲੇ ਦਾ ਅਰਥ ਵੀ ਹੁੰਦਾ ਜੋੜਨਾ, ਜਾਂ ਜੁਮਲੇ ਦਾ ਅਰਥ ਹੁੰਦਾ ਜੋੜ, ਕਿ ਸਾਰੇ ਜਿਹੜੇ ਇੱਥੋਂ ਤੱਕ ਸ਼ਬਦ ਹੋ ਗਏ ਨੇ ਉਹਨਾਂ ਦਾ ਜੋੜ। ਜਾਂ ਫਿਰ ਜੋੜ ਸਤਿਗੁਰੂ ਮਹਾਰਾਜ ਨੇ ਆਪ ਵੀ ਲਿਖਣਾ ਕੀਤਾ ਕਿ ਇੱਥੇ ਆ ਕੇ ਜੋੜ ਹੁੰਦਾ। ਇੱਥੇ ਆ ਕੇ ਹੁਣ ਅਫਜੂ ਦਾ ਮਤਲਬ ਕਿ ਇੱਕ ਲਿਖਣਾ ਕੀਤਾ ਕਿ ਜਿਹੜਾ ਪਹਿਲਾ ਅਧਿਆਏ ਆ ਉਹਦੀ ਸਮਾਪਤੀ ਹੋ ਗਈ, ਤੇ ਨਾਲ ਜਿਹੜਾ ਹੈ 101 ਕੀ ਆ, ਇਹ ਪਹਿਲੇ ਅਧਿਆਏ ਦੀ ਪੌੜੀ ਹੋ ਗਈ।
ਇਸ ਕਰਕੇ ਇਹ ਜਿਹੜਾ ਪਹਿਲਾ ਅਧਿਆਇ ਆ ਇਸ ਦੀ 101 ਪੌੜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਹੀ ਰੂਲ ਆ। ਜਿਹੜੀਆਂ ਆਪਾਂ ਬਾਣੀਆਂ ਦੀ ਸੰਥਿਆ ਕੀਤੀ ਆ ਨਾ, ਜਦ ਤੁਸੀਂ ਆਸਾ ਦੀ ਵਾਰ ਦੇ ਲਾਸਟ ਤੇ ਦੇਖੋਗੇ ਤੇ ਆਸਾ ਦੀ ਵਾਰ ਦੀ ਸਮਾਪਤੀ ਤੇ ਲਿਖਿਆ ਹੋਵੇਗਾ, ਜਦ ਲਾਸਟ ਪੌੜੀ ਪੜ੍ਹਦੇ ਆ, ਸੋ ਕਰੇ ਜੇ ਤਿਸੈ ਰਜਾਏ ਸੁਧ, ਇੱਥੇ ਲਿਖਿਆ ਹੋਵੇਗਾ 24 ਤੇ 24 ਤੋਂ ਅੱਗੇ ਇੱਕ ਲਿਖਿਆ ਹੋਵੇਗਾ। ਇੱਕ ਦਾ ਮਤਲਬ ਇਹ ਹੀ ਆ, ਇੱਕ ਗੁਰਬਾਣੀ ਸੀ ਤੇ 24 ਇਹਦੀਆਂ ਜਿਹੜੀਆਂ ਪੌੜੀਆਂ ਸਨ। ਇਸੇ ਤਰੀਕੇ ਦੇ ਨਾਲ ਦੱਖਣੀ ਓਂਕਾਰ ਦੇ ਲਾਸਟ ਤੇ ਜਦ ਆਪਾਂ ਸਮਾਪਤੀ ਦੇਖਦੇ ਹਾਂ ਤੇ ਲਾਸਟ ਪੌੜੀਆਂ ਜਿਹੜੀਆਂ ਨੇ, ਉੱਥੇ ਸਤਿਗੁਰੂ ਮਹਾਰਾਜ ਕਹਿੰਦੇ, ਸੱਚੀ ਪੱਟੀ ਸੱਚ ਮਨ ਪੜ੍ਹੀਏ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਉੱਥੇ 54 ਪੌੜੀਆਂ ਲਿਖਿਆ ਮਿਲਦਾ ਤੇ 54 ਤੋਂ ਬਾਅਦ ਇੱਕ ਮਿਲਦਾ। ਇੱਕ ਗੁਰਬਾਣੀ ਹੋ ਗਈ ਤੇ 54 ਇਸ ਦੀਆਂ ਪੌੜੀਆਂ ਹੋ ਗਈਆਂ। ਇਸੇ ਤਰੀਕੇ ਦੇ ਨਾਲ ਸਿੱਧ ਗੋਸ਼ਟ ਗੁਰਬਾਣੀ ਦੇ ਵਿੱਚ ਜਿੰਨੀਆਂ ਵੀ ਗੁਰਬਾਣੀਆਂ ਆਪ ਜੀ ਨੂੰ ਹੁਣ ਤੱਕ ਸੰਥਿਆ ਕਰਵਾਈ ਆ, ਸਿੱਧ ਗੋਸ਼ਟ ਦੇ ਵਿੱਚ ਵੀ ਲਾਸਟ ਤੇ ਮਿਲੇਗਾ, ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ। 73 ਪੌੜੀਆਂ ਨੇ ਤੇ ਇੱਕ ਗੁਰਬਾਣੀ ਨੇ। ਇਸੇ ਤਰੀਕੇ ਨਾਲ 52 ਜਿੰਨੀਆਂ ਵੀ ਗੁਰਬਾਣੀਆਂ ਆਪ ਜੀ ਨੇ ਸੰਥਿਆ ਕੀਤੀ ਆ, ਉੱਥੇ ਇੱਕ ਵੀ ਮਿਲੇਗਾ। ਇੱਕ ਦਾ ਮਤਲਬ ਜਦ ਅਸੀਂ ਲਾਸਟ ਤੇ ਵੀ ਪੜ੍ਹਦੇ ਹਾਂ, ਜਿਹੜੀ ਰਾਗਮਾਲਾ ਦੇ ਲਾਸਟ ਤੇ ਇੱਕ ਲਿਖਿਆ ਹੁੰਦਾ, ਖਸ਼ਟ ਰਾਗ ਉਨ ਗਾਏ। ਇਹ ਜਿੰਨੇ ਵੀ ਇਹ ਜੋੜ ਆਉਂਦੇ ਨੇ, ਜਿੰਨਾ ਵੀ ਇਹ ਆਉਂਦਾ, ਇਸ ਦਾ ਮਤਲਬ ਹੁੰਦਾ ਜੋੜ, ਇਸ ਦਾ ਮਤਲਬ ਹੁੰਦਾ ਜੁਮਲਾ। ਇੱਥੇ ਵੀ ਹੁਣ ਜਿਹੜਾ ਇਹਦਾ ਅਰਥ ਸੰਪਰਦਾਈ ਕਰਦੇ ਨੇ ਕਿ ਅਫਜੂ ਦਾ ਭਾਵ ਜੋੜ ਕੇ ਇੰਨੀਆਂ ਪੌੜੀਆਂ ਹੋ ਗਈਆਂ ਨੇ ਤੇ ਇੱਕ ਅਧਿਆਇ ਸਮਾਪਤ ਹੋ ਗਿਆ। ਇਹ ਇਸ ਤਰੀਕੇ ਦੇ ਨਾਲ ਅਰਥ ਪੜ੍ਹਾਏ ਜਾਂਦੇ ਨੇ। ਅੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ 2 ਨੰਬਰ ਅਧਿਆਇ ਜਿਹੜਾ ਉਹ ਉਸ ਦਾ ਵਰਣਨ ਕਰ ਰਹੇ ਨੇ। ਸਤਿਗੁਰੂ ਮਹਾਰਾਜ ਕਾਵ ਵੰਸ਼ ਵਰਣਨ ਕੇ ਕਵੀ ਕੌਣ ਆ? ਕਲਗੀਧਰ ਪਾਤਸ਼ਾਹ। ਕਹਿੰਦੇ ਨੇ ਅਸੀਂ ਹੁਣ ਆਪਣੀ ਵੰਸ਼ ਜਿਹੜੀ ਆ ਉਹਦਾ ਵਰਣਨ ਕਰ ਰਹੇ ਹਾਂ। ਚਾਓ ਭਈ ਤੁਮਰੀ ਮਹਿਮਾ ਅਪਰ ਅਪਾਰਾ। ਹੈ ਅਕਾਲ ਪੁਰਖ ਵਾਹਿਗੁਰੂ, ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਰਹੇ ਨੇ ਕਲਗੀਧਰ ਪਾਤਸ਼ਾਹ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੀ ਮਹਿਮਾ ਅਪਰ ਅਪਾਰ ਆ। ਆਪ ਜੀ ਦੀ ਮਹਿਮਾ ਜਿਹੜੀ ਆ ਅਗਾਧ ਬੋਧ ਆ। ਆਪ ਜੀ ਦੀ ਮਹਿਮਾ ਤਾਂ ਅਸੀਂ ਕਹਿ ਹੀ ਨਹੀਂ ਸਕਦੇ। ਆਪ ਜੀ ਦੀ ਮਹਿਮਾ, ਆਪ ਜੀ ਦਾ ਜਸ ਜਿਹੜਾ ਉਹ ਤਾਂ ਅਸੀਂ ਲਿਖ ਹੀ ਨਹੀਂ ਸਕਦੇ। ਜਾ ਕਾ ਲਹਿਓ ਨਾ ਕਿਨਹੂ ਪਾਰਾ, ਜਿਸ ਦਾ ਕੋਈ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੈ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੀ ਮਹਿਮਾ ਅਪਰ ਅਪਾਰ ਅਗੰਮ ਅਗਾਧ ਹੈ। ਦੇਵ ਦੇਵਨ ਕੇ ਰਾਜਾ, ਦੇਵ ਰਾਜਨ ਕੇ ਰਾਜਾ। ਤੁਸੀਂ ਦੇਵਤਿਆਂ ਦੇ ਦੇਵਤੇ ਹੋ ਤੇ ਰਾਜਿਆਂ ਦੇ ਰਾਜੇ ਹੋ ਤੇ ਮਹਾਰਾਜਿਆਂ ਦੇ ਮਹਾਰਾਜੇ ਹੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਮਹਿਮਾ, ਆਪ ਜੀ ਦੀ ਸੋਭਾ, ਆਪ ਜੀ ਦਾ ਜਸ ਜਿਹੜਾ ਉਹ ਅਸੀਂ ਨਹੀਂ ਵਰਣਨ ਕਰ ਸਕਦੇ, ਕਿਉਂਕਿ ਤੁਹਾਡੀ ਮਹਿਮਾ ਵੀ ਦੱਸ ਨਹੀਂ ਸਕਦੇ, ਤੁਹਾਡੀ ਸੋਭਾ ਵੀ ਨਹੀਂ ਦੱਸ ਸਕਦੇ, ਕਿਉਂਕਿ ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਸੂਰਜਾਂ ਦੇ ਸੂਰਜੋਂ ਆਪ ਜੀ। ਇਸ ਤਰੀਕੇ ਦੇ ਨਾਲ ਦੇਵ ਰਾਜਨ ਕੇ ਰਾਜਾ, ਰਾਜਿਆਂ ਦੇ ਰਾਜੇ ਤੇ ਦੇਵਤਿਆਂ ਦੇ ਦੇਵਤੇ। ਦੀਨ ਦਇਆਲ ਗਰੀਬ ਨਿਵਾਜਾ। ਦੀਨਾ ਜਿਹੜੇ ਛੋਟੇ ਨੇ ਉਹਨਾਂ ਦੇ ਤੁਸੀਂ ਜਿਹੜੇ ਆ ਉਹਨਾਂ ਤੇ ਦਿਆਲ ਕਰਨ ਵਾਲੇ, ਦਇਆ ਕਰਨ ਵਾਲੇ ਹੋ, ਗਰੀਬ ਨਵਾਜ ਹੋ। ਇਸੇ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਗਰੀਬ ਨਵਾਜ, ਕਰੀਮ, ਰਹੀਮ, ਦਿਆਲੂ, ਕਿਰਪਾਲੂ, ਮਿਹਰਬਾਨ, ਇਹ ਸਾਰੇ ਸ਼ਬਦ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤੇ ਜਾਂਦੇ ਕਿ ਰੋਜੀ ਦਿਹਾਂਦ ਹੈ, ਸਾਰਿਆਂ ਨੂੰ ਰੋਜੀ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਆਪ ਜੀ ਦੀਨ ਦਿਆਲ ਹੋ ਤੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀ ਯਾਰ ਕਿਆ ਕੀਦੇ। ਸਾਡੇ ਵਰਗਾ ਕੋਈ ਦੀਨ ਨਹੀਂ ਤੇ ਤੁਹਾਡੇ ਵਰਗਾ ਕੋਈ ਜਿਹੜਾ ਦੀਨ ਦਿਆਲ ਨਹੀਂ ਕੋਈ। ਸਾਡੇ ਵਰਗਾ ਕੋਈ ਮੰਗਤਾ ਨਹੀਂ ਤੇ ਤੁਹਾਡੇ ਵਰਗਾ ਕੋਈ ਜਿਹੜਾ ਉਹ ਦਾਤਾ ਨਹੀਂ। ਸਾਡੇ ਵਰਗਾ ਕੋਈ ਭਿਖਾਰੀ ਨਹੀਂ ਤੇ ਤੁਹਾਡੇ ਵਰਗਾ ਜਿਹੜਾ ਉਹ ਪਰਜਾ ਪਾਲਕ ਕੋਈ ਨਹੀਂ। ਇਸ ਕਰਕੇ ਤੁਸੀਂ ਦੀਨ ਦਿਆਲ ਗਰੀਬ ਨਵਾਜਾ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਔਰ ਗਰੀਬ ਨਵਾਜ ਹੋ। ਦੋਹਰਾ ਮੂਕ ਊਚਰਾ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਇੱਥੇ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਮੂਕ ਊਚਰਾ ਹੈ। ਵੈਸੇ ਉਚਰਾ ਪਾਠ ਮੋਬਾਈਲ ਐਪਾਂ 'ਚ ਲਿਖਿਆ, ਗੁਟਕਾ ਸਾਹਿਬ 'ਚ ਤੁਹਾਨੂੰ ਊਚਰਾ ਪੜ੍ਹਾਇਆ ਸੀ।
ਜਿਹੜਾ ਗੁੰਗਾ ਹੁੰਦਾ ਨਾ, ਮੂਕ ਊਚਰੈ ਸ਼ਾਸਤਰ ਖਟ, 6 ਸ਼ਾਸਤਰ ਨੇ। ਜਿਹੜਾ ਗੁੰਗਾ ਵੀ ਹੁੰਦਾ, ਆਪ ਜੀ ਦੀ ਕਿਰਪਾ ਹੋ ਜਾਵੇ ਤੇ 6 ਸ਼ਾਸਤਰ ਜਿਹੜੇ ਨੇ ਉਹ ਉਹਨਾਂ ਦਾ ਗਿਆਤਾ ਬਣ ਜਾਂਦਾ। ਇਹ ਕਲਗੀਧਰ ਪਾਤਸ਼ਾਹ ਜੀ ਕਿਰਪਾ। ਪਿੰਗ ਗਿਰਨ ਚੜ ਜਾਏ, ਤੇ ਜਿਹੜਾ ਪਿੰਗਲਾ ਵੀ ਹੁੰਦਾ ਉਹ ਪਹਾੜੀ ਤੇ ਚੜ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਾਂ ਇਹ ਆਮ ਹੀ ਜਿਹੜੇ ਬਚਨ ਨੇ, ਇਹ ਆਪਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪੜ੍ਹਦੇ ਹਾਂ। ਇਹ ਪੰਜਵੇਂ ਪਾਤਸ਼ਾਹ ਦਾ ਬਚਨ ਵੀ ਆਉਂਦਾ, ਜਾਂ ਫਿਰ ਅਸੀਂ ਅੜਿੱਲ ਦੇ ਵਿੱਚ ਪੜ੍ਹਦੇ ਹਾਂ। ਜਿਹੜੀ ਅਸੀਂ ਰੋਜ਼ ਅੜਿੱਲ ਪੜ੍ਹਦੇ ਹਾਂ ਰਹਿ ਰਾਸ ਦੇ ਵਿੱਚ, ਉਹਦੇ ਵਿੱਚ ਵੀ ਇਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਿਆ, ਅੜਿੱਲ ਸੁਨਾਏ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਜੇ ਪ੍ਰਮਾਤਮਾ ਦਾ ਜਸ ਸੁਣ ਲਵੇ ਜਾਂ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ, ਜਿਹੜਾ ਗੁੰਗਾ ਹੁੰਦਾ ਗੁੰਗੇ ਨੂੰ ਰਸਨਾ ਮਿਲ ਜਾਂਦੀ ਹੈ। ਸੁਨਾਏ ਮੂੜ ਚਿਤ ਲਾਏ ਚਤੁਰਤਾ ਆਵਈ। ਜਿੰਨਾ ਮਰਜੀ ਮੂਰਖ ਹੋਵੇ, ਜਿੰਨਾ ਮਰਜੀ ਖਲ ਹੋਵੇ, ਜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਲਵੇ ਜਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਤੇ ਉਹ ਚਤਰ ਬਣ ਜਾਂਦਾ, ਚਾਤਰ ਬਣ ਜਾਂਦਾ। ਦੁਖ ਦਰਦ ਭਉ ਨਿਕਟਣਾ ਤਿਨ ਨਰਕੇ ਰਹਿ, ਹੋ ਜੋ ਜਾ ਕੀ ਇੱਕ ਬਾਰ ਚੌਪਈ ਕੋ ਕਹੈ। ਜਿਹੜਾ ਗੁਰਬਾਣੀ ਦਾ ਪਾਠ ਕਰਦਾ, ਇਹ ਗੁਰਬਾਣੀ ਪੜ੍ਹੇਗਾ, ਦੁੱਖ ਦਰਦ ਦਲਿੱਦਰ ਸਾਰੇ ਦੂਰ ਹੋ ਜਾਣਗੇ, ਗੁੰਗੇ ਨੂੰ ਸੁਣਨ ਲੱਗ ਪਵੇਗਾ, ਤੇ ਜਿਹੜਾ ਮੂਰਖ ਆ ਉਹ ਚਾਤਰ ਬਣ ਜਾਵੇਗਾ। ਇਹ ਅਸੀਂ ਅੜਿੱਲ ਦੇ ਵਿੱਚ ਰੋਜ਼ਾਨਾ ਹੀ ਪੜ੍ਹਦੇ ਹਾਂ। ਜਾਂ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਆਪਾਂ ਬਿਲਾਵਲ ਰਾਗ ਦੇ ਵਿੱਚ ਪੜ੍ਹਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੀ ਕਿਰਪਾ ਕਰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਚਨ ਨੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੀ ਬਚਨ ਕਲਗੀਧਰ ਪਾਤਸ਼ਾਹ ਦੇ ਨੇ। ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਉਹੀ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਨੇ। ਰਾਗ ਬਿਲਾਵਲ 'ਚ ਆਪਾਂ ਪੜ੍ਹਦੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ। ਪਿੰਗਲ ਪਰਬਤ ਪਾਰ ਪਰੇ, ਪਿੰਗਲਾ ਪਰਬਤ ਤੇ ਚੜ ਜਾਂਦਾ, ਖਲ ਕਹਿੰਦੇ ਨੇ ਮੂਰਖ ਨੂੰ, ਤੇ ਖਲ ਚਤਰ ਬਕੀਤਾ, ਤੇ ਉਹ ਚਤਰ ਬਣ ਜਾਂਦਾ। ਇਹੀ ਅਰਥ ਨੇ ਜਿਹੜੇ ਕਲਗੀਧਰ ਪਾਤਸ਼ਾਹ ਕਿਰਪਾ। ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ। ਅੰਧਲਾ ਮਨੁੱਖ ਜਿਹੜਾ ਉਹ ਤਿੰਨਾਂ ਭਵਨਾਂ ਦੀ ਸੋਝੀ ਰੱਖਣ ਲੱਗ ਜਾਂਦਾ। ਇਸ ਕਰਕੇ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਆਗ ਹਰੇ ਨਿਰਮਲ ਭੈ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪ ਨੂੰ ਤਿਸ ਅਭੈ ਦਾਨ ਦੀਤਾ। ਅਭੈ ਇਸ ਤਰ੍ਹਾਂ ਪਾਠ ਕਰਨਾ। ਸਿੰਘ ਬਲਾਈ ਹੋਏ ਗਏ ਉਹ ਤ੍ਰਿਣ ਮੇਰ ਦਿਖੀਤਾ। ਜਿਹੜਾ ਸਿੰਘ ਆ ਉਹ ਬਿੱਲੀ ਵਾਂਗ ਹੋ ਜਾਂਦਾ, ਸ਼ੇਰ, ਤੇ ਜਿਹੜਾ ਤ੍ਰਿਣ ਬਿਲਕੁਲ ਤਿਨਕਾ ਛੋਟਾ ਜਿਹਾ ਉਹ ਸਮੇਰ ਪਰਬਤ ਬਣ ਜਾਂਦਾ। ਇਹ ਜਿਹੜੀ ਕੱਲ ਕਥਾ ਆਈ ਸੀ ਮੇਰ ਕਰੋ ਸਵਈਆ ਜਦ ਆਰੰਭ ਹੋਇਆ ਸੀ, ਇਸ ਕਰਕੇ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਿੰਘ ਬਲਾਈ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਿੰਘ ਬਲਾਈ ਹੋਏ ਗਏ ਉਹ ਤ੍ਰਿਣ ਮੇਰ ਦਖੀਤਾ। ਸ਼ਰਮ ਕਰਤੇ ਦਮ ਆਡ ਕਉ ਤੇ ਧਨੀ ਗਨੀ ਧਨੀਤਾ। ਕਵਨ ਬਡਾਈ ਕਹਿ ਸਕੋ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਨੇ। ਤੇ ਅੜਿੱਲ ਦੇ ਵਿੱਚ ਆਪਾਂ ਪੜ੍ਹਦੇ ਹੀ ਹਾਂ, ਸੁਨੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ। ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਵੋ ਨਿਕਟ ਨਾ ਤਿਨ ਨਰਕੇ ਰਹਿ। ਹੋ ਜੋ ਯਾ ਕੀ ਇੱਕ ਬਾਰ ਚੌਪਈ ਕੋ ਕਹੈ। ਇੱਥੇ ਵੀ ਹੁਣ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾ ਰਹੇ ਨੇ ਕਿ ਮੂਕ ਊਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਕਿ ਜਿਹੜਾ ਮੂਰਖ ਆ ਉਹਦੇ ਤੇ ਕਿਰਪਾ ਹੋ ਜਾਵੇ ਅਕਾਲ ਪੁਰਖ ਵਾਹਿਗੁਰੂ ਦੀ, ਤੇ ਉਹ ਜਿਹੜਾ ਹੈ ਉਹ ਗੁੰਗਾ ਹੈ ਉਹ 6 ਸ਼ਾਸਤਰ ਜਿਹੜਾ ਉਹਨਾਂ ਦਾ ਗਿਆਤਾ ਬਣ ਜਾਂਦਾ, ਤੇ ਜਿਹੜਾ ਪਿੰਗਲਾ ਉਹ ਪਹਾੜ ਤੇ ਚੜ ਜਾਂਦਾ। ਅੰਧ ਲਖਾਏ ਬਦਰੋ ਸੁਨਾਏ ਜੋ ਕਾਲ ਕਿਰਪਾ ਕਰਾਏ। ਜਿਹੜਾ ਅੰਨਾ ਹੁੰਦਾ ਉਹ ਭਾਵ ਕਿ ਉਹ ਉਸ ਨੂੰ ਦਿਖਣ ਲੱਗ ਜਾਂਦਾ, ਔਰ ਜਿਹੜਾ ਬੋਲਾ ਹੁੰਦਾ ਉਹ ਉਸ ਨੂੰ ਸੁਣ ਲੱਗ ਜਾਂਦਾ। ਵੈਸੇ ਗੁੰਗਾ ਔਰ ਬੋਲਾ ਇਹ ਦੋਵੇਂ ਕੰਮ ਇਕੱਠੇ ਹੀ ਹੁੰਦੇ ਨੇ। ਜਿਸ ਤਰ੍ਹਾਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਦ ਗਏ ਪੰਜੋਖੜਾ ਸਾਹਿਬ, ਇਹ ਜਿਹੜਾ ਲਾਲ ਚੰਦ ਪੰਡਤ ਸੀ, ਜਦ ਇਸ ਨੇ ਸੁਣਿਆ ਕਿ ਹਰਿਕ੍ਰਿਸ਼ਨ ਨਾਮ ਸਤਿਗੁਰਾਂ ਦਾ, ਇਹ ਕਹਿੰਦਾ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ, ਇਹਨਾਂ ਅਰਜਨ ਨੂੰ ਉਪਦੇਸ਼ ਦਿੱਤਾ, ਤੇ ਉਹਨਾਂ ਦਾ ਨਾਂ ਕੱਲਾ ਕ੍ਰਿਸ਼ਨ ਤੇ ਇਹਨਾਂ ਦਾ ਨਾਂ ਹਰਿਕ੍ਰਿਸ਼ਨ ਕਿਵੇਂ ਹੋ ਗਿਆ? ਨਾਲੇ ਇਹਨਾਂ ਦੀ ਦੁਨਿਆਵੀ ਉਮਰ ਬੜੀ ਛੋਟੀ ਆ।
ਜਦ ਸਤਿਗੁਰਾਂ ਦੇ ਚਰਨਾਂ 'ਚ ਆਇਆ, ਸਤਿਗੁਰਾਂ ਨੂੰ ਪਤਾ ਲੱਗਾ, ਸਤਿਗੁਰਾਂ ਨੇ ਆਖਿਆ ਹੰਕਾਰ ਤੇ ਇਸ ਦਾ ਅਸੀਂ ਵੀ ਭੰਨ ਸਕਦੇ ਹਾਂ। ਇਹ ਕਹਿੰਦਾ ਗੀਤਾ ਦੇ ਅਰਥ ਕਰੋ, ਪਰ ਜੇ ਅਸੀਂ ਕਰ ਦਿੱਤੇ ਤੇ ਇਹਦਾ ਮਨ ਨਹੀਂ ਪਤੀਜਣਾ। ਇਹ ਛੱਜੂ ਝੀਰ ਨੂੰ ਫੜ ਕੇ ਲਿਆਇਆ, ਸਤਿਗੁਰਾਂ ਨੇ ਆਖਿਆ ਕੋਈ ਵੀ ਪਕੜ ਕੇ ਲਿਆਇਆ, ਅਸੀਂ ਗੀਤਾ ਦੇ ਅਰਥ ਕਰਵਾ ਦੇਵਾਂਗੇ। ਜਦ ਛੱਜੂ ਝੀਰ ਨੂੰ ਫੜ ਕੇ ਲਿਆਂਦਾ ਗਿਆ, ਨਾ ਇਸ ਨੂੰ ਸੁਣਦਾ ਸੀ, ਕੰਨਾਂ ਤੋਂ ਬੋਲਾ ਸੀ, ਨਾ ਇਹਦੇ ਕੋਲੋਂ ਬੋਲਿਆ ਜਾਂਦਾ, ਜ਼ਬਾਨ ਤੋਂ ਗੁੰਗਾ ਸੀ, ਨਾ ਹੀ ਇਸ ਨੂੰ ਜ਼ਿਆਦਾ ਦਿਖਦਾ ਸੀ, ਕਿਉਂਕਿ ਬਹੁਤ ਜ਼ਿਆਦਾ ਇਹਦੀ ਨਿਗਾਹ ਵੀ ਨਹੀਂ ਸੀ, ਔਰ ਮੂਰਖ ਸੀ, ਇਹ ਖਲ ਸੀ, ਖਲ ਬੁੱਧੀ ਵਾਲਾ ਸੀ। ਪਰ ਜਦ ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਛੜੀ ਰੱਖੀ ਸਿਰ ਤੇ ਜਿਹੜੇ ਕਦੀ ਪੰਡਤ ਲਾਲ ਚੰਦ ਨੇ ਗੀਤਾ ਦੇ ਅਰਥ ਸੋਚੇ ਵੀ ਨਹੀਂ ਸਨ, ਜਿਹੜੇ ਸ਼ੰਕੇ ਵੀ ਸਨ, ਉਹ 8ਵੇਂ ਗੁਰੂ ਨਾਨਕ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਮਹਾਰਾਜ ਜੀ ਨੇ ਉਹ ਸੁਣਵਾ ਦਿੱਤੇ ਛੱਜੂ ਝੂਰ ਦੇ ਕੋਲੋਂ। ਇਸ ਕਰਕੇ ਜਦ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਜਦ ਗੁਰ ਪਰਮੇਸ਼ਰ ਇੱਕੋ ਜਾਣ ਦੀ ਕਿਰਪਾ ਹੋ ਜਾਂਦੀ ਆ, ਤੇ ਗੁਰੂ ਔਰ ਅਕਾਲ ਪੁਰਖ ਵਾਹਿਗੁਰੂ ਕਰਤੇ ਕੀ ਮਿਤ ਕਰਤਾ ਜਾਣਾ ਕੈ ਜਾਣਾ ਗੁਰਸੂਰਾ, ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਤੇ ਜਾਂ ਗੁਰੂ ਪਰਮੇਸ਼ਰ ਇੱਕੋ ਜਾਣ ਗੁਰੂ ਨੂੰ ਪਤਾ। ਇਸ ਕਰਕੇ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਨੇ, ਮੂਕ ਊਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜਾਓ ਕਾਲ ਕਿਰਪਾ ਕਰਾਏ। ਜਿਹੜੇ ਗੁੰਗੇ ਨੇ ਉਹ 6 ਸ਼ਸਤਰ ਉਚਾਰਨ ਲੱਗ ਜਾਂਦੇ ਨੇ, ਜਿਹੜੇ ਪਿੰਗਲੇ ਨੇ ਪਹਾੜ ਤੇ ਚੜ ਜਾਂਦੇ ਨੇ, ਜਿਹੜੇ ਅੰਨੇ ਨੇ ਉਹਨਾਂ ਨੂੰ ਦਿਖਣ ਲੱਗ ਜਾਂਦਾ, ਜਿਹੜੇ ਬੋਲੇ ਨੇ ਉਹਨਾਂ ਨੂੰ ਸੁਣ ਲੱਗ ਜਾਂਦਾ। ਜਾਂ ਫਿਰ ਇਸ ਦੇ ਅੰਤਰੀਵ ਜਿਹੜੇ ਅਰਥ ਨੇ ਉਹ ਮਹਾਂਪੁਰਖ ਕਰਦੇ ਨੇ, ਮੂਕ ਊਚਰੈ ਖਾ ਸ਼ਾਸਤਰ ਖਟ, ਜਿਹੜੇ ਪ੍ਰੀਤ ਰੂਪੀ ਗੁੰਗੇ ਨੇ ਉਹ ਜਿਹੜੇ ਆ ਉਹਨਾਂ ਨੂੰ ਸਾਧਨਾ ਰੂਪੀ ਗਿਆਨ ਹੋ ਜਾਂਦਾ, ਤੇ ਉਹ ਇੰਨਾ ਗਿਆਨ ਹੋ ਜਾਂਦਾ, ਜਿਹੜੇ ਪ੍ਰੀਤ ਰੂਪ ਗੁੰਗੇ ਨੇ, ਭਾਵ ਕਿ ਜਿਨ੍ਹਾਂ ਦਾ ਪਰਮਾਤਮਾ ਦੇ ਚਰਨਾਂ 'ਚ ਮਨ ਨਹੀਂ ਲੱਗਦਾ, ਜੇ ਮਨ ਲੱਗ ਜਾਵੇ ਉਹਨਾਂ ਤੇ ਇੰਨੀ ਕਿਰਪਾ ਹੁੰਦੀ, ਜਿਹੜੇ ਇਸ ਪਾਸਿਓਂ ਗੁੰਗੇ ਨੇ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ, ਉਹ ਭਗਤੀ ਕਰਨ ਲੱਗ ਜਾਂਦੇ ਨੇ। ਇੰਨੀ ਕਿਰਪਾ ਹੋ ਜਾਂਦੀ ਆ ਕਿ ਉਹ ਪਰਮਾਤਮਾ ਦੀ ਭਗਤੀ ਰੂਪੀ 6 ਸ਼ਸਤਰ ਉਹ ਭਗਤੀ ਵਿੱਚ ਪੜ੍ਹਨ ਲੱਗ ਜਾਂਦੇ ਨੇ, ਤੇ ਬ੍ਰਹਮ ਗਿਆਨ ਰੂਪੀ ਪਰਬਤ ਜਿਹੜਾ ਉਹ ਚੜ੍ਹ ਜਾਂਦੇ ਨੇ ਤੇ ਬ੍ਰਹਮ ਗਿਆਨੀ ਬਣ ਜਾਂਦੇ ਨੇ। ਇਸ ਕਰਕੇ ਜਿਨ੍ਹਾਂ ਦੀ ਜ਼ਬਾਨ ਭਗਤੀ ਤੋਂ ਗੁੰਗੀ ਆ, ਜਿਨ੍ਹਾਂ ਦੀ ਪ੍ਰੀਤ ਰੂਪੀ ਜ਼ਬਾਨ ਗੁੰਗੀ ਆ, ਉਹ ਪਰਮਾਤਮਾ ਦੀ 6 ਸ਼ਸਤਰ ਰੂਪੀ ਭਗਤੀ ਕਰਨ ਲੱਗ ਜਾਂਦੇ ਨੇ, ਔਰ ਬ੍ਰਹਮ ਗਿਆਨੀ ਰੂਪੀ ਜਿਹੜਾ ਪਰਬਤ ਆ ਉਹ ਚੜ੍ਹ ਜਾਂਦੇ ਨੇ। ਅੱਗੇ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ, ਵਿਵੇਕ ਬੁੱਧ ਰੂਪੀ ਜਿਹੜੇ ਅੰਨੇ ਨੇ ਉਹਨਾਂ ਨੂੰ ਵਿਵੇਕ ਬੁੱਧ ਆ ਜਾਂਦੀ ਆ, ਉਪਰੋਕਤ ਗਿਆਨ ਰੂਪੀ ਜਿਹੜੇ ਨੇਤਰ ਪ੍ਰਾਪਤ ਹੋ ਜਾਂਦੇ ਆ, ਤੇ ਉਹ ਜਿਹੜੇ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇਹ ਅੰਤਰੀਵ ਅਰਥ ਜਿਹੜੇ ਨੇ ਇਹ ਮਹਾਂਪੁਰਖ ਕਰਦੇ ਹੁੰਦੇ ਨੇ। ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਚੌਪਈ, ਕਹਾਂ ਬੁੱਧ ਪ੍ਰਭ ਤੁੱਛ ਹਮਾਰੀ, ਇਹ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਇਹ ਅਕਾਲ ਪੁਰਖ ਵਾਹਿਗੁਰੂ ਸਾਡੀ ਤੁੱਛ ਬੁੱਧੀ ਆ। ਤੁੱਛ ਬੁੱਧੀ ਹੁੰਦੀ ਹੈ ਕਿ ਬਿਲਕੁਲ ਛੋਟੀ ਬੁੱਧੀ ਜਿਹੜੀ ਆ ਉਹ ਬੁੱਧੀ ਆ, ਇਸ ਕਰਕੇ ਤੁੱਛ ਬੁੱਧੀ ਸਾਰੀ। ਕਹਾਂ ਬੁੱਧ ਪ੍ਰਭ ਤੁੱਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਆਪ ਜੀ ਦੀ ਸ਼ਕਤੀ, ਆਪ ਜੀ ਦੀ ਮਹਿਮਾ, ਆਪ ਜੀ ਦੀ ਕੀਰਤੀ, ਆਪ ਜੀ ਦਾ ਜਸ, ਇਹ ਜਿਹੜਾ ਅਸੀਂ ਵਰਣ ਨਹੀਂ ਕਰ ਸਕਦੇ, ਅਸੀਂ ਬਿਆਨ ਨਹੀਂ ਕਰ ਸਕਦੇ, ਅਸੀਂ ਇਹਦੇ ਬਾਰੇ ਕੁਝ ਵੀ ਨਹੀਂ ਜਾਣਦੇ, ਕਿਉਂਕਿ ਸਾਡੀ ਤੁੱਛ ਬੁੱਧੀ ਆ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਤੁਹਾਡੀ ਸਿਫਤ ਪੂਰੀ ਨਹੀਂ ਕਰ ਸਕਦੇ। ਆਪ ਲੇਹੋ ਤੁਮ ਕਥਾ ਸੁਧਾਰੀ। ਇਹ ਜਿਹੜੀ ਕਥਾ ਵਾ, ਇਹ ਜਿਹੜੀ ਆਪ ਜੀ ਦੀ ਸਿਫਤ ਆ, ਇਹ ਜਿਹੜੀ ਆਪ ਜੀ ਦੀ ਮਹਿਮਾ ਵਾ, ਆਪ ਜੀ ਕਿਰਪਾ ਕਰਕੇ ਸੁਧਾਰ ਲਓ, ਆਪ ਜੀ ਕਿਰਪਾ ਕਰਕੇ ਕਰਵਾ ਲਓ, ਕਿਉਂਕਿ ਆਪ ਜੀ ਕਿਰਪਾ ਕਰੋ। ਆਪ ਜੀ ਦੀ ਕਿਰਪਾ ਦੇ ਨਾਲ ਜਿਹੜਾ ਦਸਮ ਗ੍ਰੰਥ ਅਸੀਂ ਰਚਣ ਲੱਗੇ, ਕਿਉਂਕਿ ਪਹਿਲਾਂ ਵੀ ਆਪਾਂ ਇਹਦੇ ਬਾਰੇ ਬੇਨਤੀ ਕੀਤੀ, ਪਹਿਲੀ ਬਾਣੀ ਸਤਿਗੁਰਾਂ ਦੀ ਜਾਪ ਸਾਹਿਬ, ਤੇ ਜਾਪ ਸਾਹਿਬ ਦੇ ਵਿੱਚ ਸੰਪੂਰਨ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਆ। ਉਸ ਤੋਂ ਬਾਅਦ ਵਿੱਚ ਦੂਜੀ ਬਾਣੀ ਅਕਾਲ ਉਸਤਤ ਹੈ, ਤੇ ਕਾਲ ਉਸਤਤ ਦੇ ਵਿੱਚ ਸੰਪੂਰਨ ਉਸਤਤ ਕੀਤੀ ਆ। ਹੁਣ ਤੀਜੀ ਬਾਣੀ ਬਚਿੱਤਰ ਨਾਟਕ ਹੈ, ਤੇ ਤੀਜੀ ਬਾਣੀ ਦੇ ਪਹਿਲੇ ਅਧਿਆਏ ਦੇ ਵਿੱਚ ਸੰਪੂਰਨ ਉਸਤਤ ਹੋਈ ਅਕਾਲ ਪੁਰਖ ਵਾਹਿਗੁਰੂ ਦੀ। ਭਾਵੇਂ ਦੇਵੀ ਦੇਵਤਿਆਂ ਰਾਖਸ਼ਾਂ ਦੇ ਨਾਮ ਆਏ ਨੇ, ਪਰ ਅੰਤ ਨੂੰ ਉਹਦਾ ਮੋਰਲ, ਉਹਦਾ ਸਿੱਟਾ ਕੀ ਨਿਕਲਿਆ ਕਿ ਪ੍ਰਮਾਤਮਾ ਦੀ ਬੰਦਗੀ ਕਰਨੀ, ਪ੍ਰਮਾਤਮਾ ਦੀ ਬੰਦਗੀ ਤੋਂ ਬਗੈਰ
ਜਿਹੜਾ ਉਹ ਛੁਟਕਾਰਾ ਨਹੀਂ ਹੋ ਸਕਦਾ। ਹੁਣ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਪ੍ਰਕਰਨ ਬਦਲੀ ਕਰਨਗੇ, ਪ੍ਰਸੰਗ ਬਦਲੀ ਕਰਨਗੇ, ਇਸ ਤੋਂ ਅੱਗੇ ਬਹੁਤ ਜ਼ਿਆਦਾ ਵਿਸਥਾਰ ਕਰਨਗੇ। ਇਸ ਤੋਂ ਅੱਗੇ ਪੂਰਾ ਬਚਿੱਤਰ ਨਾਟਕ ਵੀ ਸਤਿਗੁਰਾਂ ਨੇ ਲਿਖਣਾ। ਇਸ ਤੋਂ ਬਾਅਦ ਵਿੱਚ ਗਿਆਨ ਪ੍ਰਬੋਧ ਆਉਣਾ, ਚੰਡੀ ਚਰਿੱਤਰ 1 ਔਰ 2 ਆਉਣੇ ਨੇ, ਚੰਡੀ ਦੀ ਵਾਰ ਆਉਣੀ ਆ, ਇਸੇ ਤਰੀਕੇ ਨਾਲ 24 ਅਵਤਾਰਾਂ ਦੀ ਕਥਾ ਆਉਣੀ ਆ, ਸ਼ਸਤਰ ਨਾਮ ਮਾਲਾ, ਚਰਿੱਤਰੋਪਖਿਆਨ, ਬਹੁਤ ਜ਼ਿਆਦਾ ਵੱਡਾ ਵਿਸਥਾਰ ਆਉਣਾ। ਇਸ ਕਰਕੇ ਇਹ ਜਿਹੜਾ ਵੱਡਾ ਵਿਸਥਾਰ ਇਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਕਰਨਾ ਵਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਆਪ ਕਿਰਪਾ ਕਰਨੀ ਆ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਤੁਹਾਡੀ ਸਿਫਤ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜੀਆਂ ਅੱਗੇ ਬਾਣੀਆਂ ਆਉਣੀਆਂ ਨੇ 24 ਅਵਤਾਰਾਂ ਦੀ ਕਥਾ ਜਿਹੜੀ ਆ ਬਹੁਤ ਵੱਡੀ ਕਥਾ। ਗਿਆਨ ਪ੍ਰਬੋਧ ਦੀ, ਚੰਡੀ ਚਰਿੱਤਰ 1 2 ਜਿਹੜੀਆਂ ਵੀ ਬਾਣੀਆਂ ਦਸੀਆਂ ਨੇ, ਚੰਡੀ ਦੀ ਵਾਰ ਦੱਸੀ ਆ, ਸ਼ਸਤਰ ਨਾਮ ਮਾਲਾ ਦੱਸੀ ਆ, ਚਰਿੱਤਰੋਪਖਿਆਨ ਦੱਸਿਆ, ਇਹ ਜਿੰਨਾ ਵੀ ਦਸਮ ਗ੍ਰੰਥ ਸਤਿਗੁਰਾਂ ਨੇ ਲਿਖਣਾ ਕੀਤਾ, ਇਸ ਤੋਂ ਬਾਅਦ ਵਿੱਚ ਸਰਬਲੋ ਗ੍ਰੰਥ, ਇਹ ਜੋ ਵੀ ਲਿਖਣਾ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਹੀ ਹੁਣ ਕਿਰਪਾ ਕਰ ਰਹੇ ਨੇ। ਕਿਉਂਕਿ ਇਸ ਤੋਂ ਪਹਿਲਾਂ ਜਿੰਨੀ ਵੀ ਬਾਣੀ ਆਈ ਆ ਉਹ ਅਕਾਲ ਉਸਤਤ ਵਾਸਤੇ ਆਈ ਆ। ਇਸ ਤੋਂ ਪਹਿਲਾਂ ਜਿੰਨੀ ਵੀ ਬਾਣੀ ਉਚਾਰਨ ਕੀਤੀ 3 ਬਾਣੀਆਂ ਦੀ, ਇਹ ਜਿਹੜੀ ਤੀਸਰੀ ਬਾਣੀ ਦੀ ਪਹਿਲਾ ਅਧਿਆਏ ਤੱਕ, ਇਹ ਸਾਰੀ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੀ ਕੀਤੀ ਆ। ਪਰ ਇਸ ਤੋਂ ਅੱਗੇ ਹੁਣ ਦੂਜਾ ਪ੍ਰਸੰਗ ਆਰੰਭ ਹੋ ਜਾਣਾ। ਇਸ ਕਰਕੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸੁਧਾਰ ਕੇ ਕਿਰਪਾ ਕਰਕੇ ਤੁਛ ਬੁੱਧੀ ਦੇ ਨਾਲ ਜਿਹੜਾ ਅਸੀਂ ਲਿਖਣ ਲੱਗੇ ਹਾਂ, ਕਿਰਪਾ ਕਰਿਓ। ਇੱਥੋਂ ਤੱਕ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਸ ਤੋਂ ਅੱਗੇ ਜਿਹੜਾ ਦੂਜਾ ਅਧਿਆਏ ਆ ਉਹ ਅੱਗੇ ਆਪਾਂ ਰਲ ਮਿਲ ਕੇ ਪੜ੍ਹ ਸੁਣ ਲਵਾਂਗੇ। ਦਾਸ ਦੇ ਕੋਲੋਂ ਬੋਲਦਿਆਂ ਬੇਅੰਤੀ ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਦਾਸ ਰੋਜ਼ ਹੀ ਆਰੰਭ 'ਚ ਬੇਨਤੀ ਕਰਦਾ ਕਿ ਇਹ ਕਥਾ ਚੱਲਦਿਆਂ ਫਿਰਦਿਆਂ ਹੁੰਦੀ ਵਿੱਚੋਂ ਤੁਰਨਾ ਫਿਰਨਾ ਪੈਂਦਾ। ਦਾਸ ਦੀਆਂ ਹੋਈਆਂ ਗਲਤੀਆਂ ਦਾਸ ਨੂੰ ਵਾਪਸ ਕਰ ਦਿਆ ਕਰੋ, ਪਰ ਜੇ ਇੱਕ ਵੀ ਬਚਨ ਆਪ ਜੀ ਨੂੰ ਚੰਗਾ ਲੱਗੇ ਆਪਣੇ ਮਨ ਵਿੱਚ ਜ਼ਰੂਰ ਵਸਾਇਆ ਕਰੋ। ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।